ਦੋਨਾਂ ਦੇਸ਼ਾਂ ਦੇ ਵਿੱਚ ਇਹ ਹੁਣ ਇੱਕ ਵਾਰ ਡਿਕਲੇਅਰ ਹੋ ਗਈ ਹੈ। ਟੌਪ ਜਿਹਨੂੰ ਕਹਿੰਦੇ ਨੇ ਕਿ ਲੜਾਈ ਦੀ ਹਾਲਾਤ ਪਹਿਲੋਂ ਬਣੇ ਹੋਏ ਸੀ, ਹੁਣ ਵਾਰ ਡਿਕਲੇਅਰ ਹੋ ਗਈ ਹੈ। ਜਦੋਂ ਵਾਰ ਡਿਕਲੇਅਰ ਹੋ ਜਾਂਦੀ ਹੈ ਤੇ देयर इज़ नो फ्रेंड, नो, एवरीबडी इज़ एन एनिमी। कि रशिया एक बड़ी मच्छी है और यूक्रेन बहुत छोटी है। ਅਸੀਂ ਨੂੰ ਪ੍ਰੋਪੋਰਸ਼ਨੇਟਲੀ ਦੇਖਿਆ ਜਾਏ तो कह सकते हैं कि रशिया जड़ा वे तकरीबन 10 गुणा ज़्यादा हथियार और असले तो और फोर्सेस तो भारी हैगा भी यूक्रेन के उत्ते। यूक्रेन ने अपनी जिहड़ी एक हस्ती जिहड़ी बना के रखी सी, उन्हें जिहड़ी अपनी पावर बना के रखी सी, वो नैटो फोर्सेस बैकअप जिहड़ा नैटो का हैगा वे उहदे बैकअप के नाल वो हमेशा अपना जिहड़ा एक रशिया के अगेंस्ट वो अपनी इशू को बना के रखना कि भाई मैं अपने तरीके नाल अपनी नैशनलिज्म को बचा के रखना है, लेकिन उसके पिछे जिहड़ी ताकत सी वो सारी नैटो की हैगी सी। वो बड़ा समझाता रहा उन्होंने, यूक्रेन को समझाता रहा कि तुसी नैटो की जिहड़ी अपनी मैंबरशिप है इत्थों निकल जाओ तो यू लिव लाइक ए नॉर्मल नेशन। यूक्रेन कोई अपने ही एक देश नहीं हैगा। अगर देखा जाए ये पहलों तो ही एक्चुअली रशिया का ही USSR का ही एक पार्ट होंदा सी। एज ए आर्म फोर्सेस के एक दूजे नाल इस्तेमाल हो रहे हैं। एक यूक्रेन की एक बहुत अच्छी एक नवी एक चीज़ डेवलप होके आ रही है कि रशिया पूरे ऑर्गेनाइज तरीके नाल प्रोफेशनल आर्म फोर्सेस के तौर के नाल एक आर्मी को अपना यूज़ कर रहा है, पूरे प्लान तरीके नाल अटैक कर रहा है। पूरे ऑब्जेक्टिव्स जिन्हें उन्हें मिलिट्री ऑब्जेक्टिव्स ने तो उन्हें पहली रात में तबाह कर दिते और जिथे जिथे भी उन्होंने करना सी एयर यूज़ की, मिसाइल यूज़ की, गन्स यूज़ की, बॉर्डर सैबोटेजेस किए। पहलों ही ऑलरेडी बंदे है सी, ऑलरेडी उन्हें जी कमांडो फोर्सेस वगैरह सैबोटेज बहुत है सी। एक्चुअली जो पहले 2 दिनों के जो इफेक्ट आया वो सैबोटेज ऑलरेडी यूक्रेन के पहुँचे हुए सी। रूस ਤੇ यूक्रेन ਦੇ ਵਿੱਚ किस तरह ਦੇ ਹਾਲਾਤ ਨੇ, ਕਿਉਂਕਿ ਬੰਬਾਰੀ ਨਿਰੰਤਰ ਹੋ ਰਹੀ ਹੈ, ਲੋਕ ਉੱਥੇ ਸਟਕ ਨੇ। ਖਾਸ ਤੌਰ ਤੇ ਜੇ ਭਾਰਤੀ ਵਿਦਿਆਰਥੀਆਂ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਫਸੇ ਹੋਏ ਨੇ। ਗੋਲੀਆਂ, ਬਾਰੂਦ, ਜਹਾਜ਼ਾਂ ਨਾਲ ਹਮਲਾ, ਟੈਂਕ ਨਾਲ ਹਮਲਾ, ਹਰ ਤਰ੍ਹਾਂ ਦਾ ਹਮਲਾ ਉੱਥੇ ਦੇਖਣ ਨੂੰ ਮਿਲਦਾ ਪਿਆ। ਤੇ ਕਿਸ ਤਰ੍ਹਾਂ ਦੀ ਉੱਥੇ ਸਿਚੁਏਸ਼ਨ ਹੈਗੀ ਹੈ, ਕਿਸ ਤਰ੍ਹਾਂ ਦੇ ਨਾਲ ਲੋਕ ਉੱਥੇ ਸਰਵਾਈਵ ਕਰ ਸਕਦੇ ਨੇ ਜਾਂ ਕਰ ਰਹੇ ਨੇ, ਗੱਲਬਾਤ ਕਰਾਂਗੇ। ਸਾਡੇ ਨਾਲ ਕਰਨਲ GPS ਵਿਰਕ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ। ਪਹਿਲਾਂ ਤਾਂ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਜਿਹੜੇ ਮਾਰੂ ਹਥਿਆਰਾਂ ਦੇ ਨਾਲ ਹਮਲੇ ਹੋ ਰਹੇ ਨੇ ਉਸ ਨਾਲ ਆਮ ਪਬਲਿਕ, ਆਮ ਲੋਕ ਜਾਂ ਉੱਥੇ ਦੇ ਲੋਕਾਂ ਦੇ ਉੱਤੇ ਕਿਸ ਤਰ੍ਹਾਂ ਦਾ ਪ੍ਰਭਾਵ ਪੈਣ ਵਾਲਾ ਹੈ। ਪਹਿਲਾਂ ਤਾਂ ਸਰ ਸਤਿ ਸ਼੍ਰੀ ਅਕਾਲ ਜੀ, ਦਾ ਸਟੋਰੀ TV। ਥੈਂਕ ਯੂ ਵੈਰੀ ਮੱਚ। ਸਰ, ਜਿਸ ਤਰੀਕੇ ਦੇ ਨਾਲ ਹੁਣ ਯੂਕਰੇਨ ਦੇ ਹਾਲਾਤ ਨੇ, रूस ਵੱਲੋਂ ਪੂਰੇ ਤਾਬੜਤੋੜ ਹਮਲੇ ਕੀਤੇ ਜਾ ਰਹੇ ਨੇ, ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਕਿ ਜਿਹੜੇ ਉੱਥੋਂ ਦੇ ਲੋਕ ਨੇ ਕਿਵੇਂ ਸਰਵਾਈਵ ਕਰ ਰਹੇ ਹੋਣਗੇ, ਕਿਹੜੇ ਹਾਲਾਤਾਂ ਦੇ ਵਿੱਚੋਂ ਗੁਜ਼ਰ ਰਹੇ ਹੋਣਗੇ? ਦੇਖੋ ਜੀ, ਆਲਰੇਡੀ ਦੋਨਾਂ ਦੇਸ਼ਾਂ ਦੇ ਵਿੱਚ ਇਹ ਹੁਣ ਇੱਕ ਵਾਰ ਡਿਕਲੇਅਰ ਹੋ ਗਈ ਹੈ। ਟੌਪ ਜਿਹਨੂੰ ਕਹਿੰਦੇ ਨੇ ਕਿ ਲੜਾਈ ਦੀ ਹਾਲਾਤ ਪਹਿਲੋਂ ਬਣੇ ਹੋਏ ਸੀ, ਹੁਣ ਵਾਰ ਡਿਕਲੇਅਰ ਹੋ ਗਈ ਹੈ। ਜਦੋਂ ਵਾਰ ਡਿਕਲੇਅਰ ਹੋ ਜਾਂਦੀ ਹੈ ਤੇ देयर इज़ नो फ्रेंड, नो, एवरीबडी इज़ एन एनिमी। तो उस इस हालात ਵਿੱਚ ਹੁਣ ਜਦੋਂ ਆਰਗੇਨਾਈਜ਼ਡ ਆਰਮ ਫੋਰਸਿਸ ਹੈਗੀਆਂ ਨੇ, ਉਹਨਾਂ ਦੀਆਂ ਵੀ ਆਰਗੇਨਾਈਜ਼ਡ ਆਰਮ ਫੋਰਸਿਸ ਨੇ, ਰਸ਼ੀਆ ਦੀਆਂ ਹੈਗੀਆਂ ਨੇ, ਉਧਰੋਂ ਯੂਕਰੇਨ ਦੀਆਂ ਹੈਗੀਆਂ ਨੇ। ਉਹ ਇਸ ਟਾਈਮ ਫੋਰਸਿਸ ਦਾ ਅਗਰ ਬੈਲੈਂਸ ਦੇਖਿਆ ਜਾਏ ਤਾਂ ਇੱਦਾਂ ਹੈਗਾ ਕਿ ਰਸ਼ੀਆ ਇੱਕ ਵੱਡੀ ਮੱਛੀ ਹੈ ਔਰ ਯੂਕਰੇਨ ਬਹੁਤ ਛੋਟੀ ਹੈਗੀ ਹੈ। ਔਰ ਅਗਰ ਇਹਨਾਂ ਦੇ ਅਸਲਾ ਦਾ ਪੂਰਾ ਅਗਰ ਵੇਰਵਾ ਅਸੀਂ ਨੂੰ ਪ੍ਰੋਪੋਰਸ਼ਨੇਟਲੀ ਦੇਖਿਆ ਜਾਏ ਤਾਂ ਕਹਿ ਸਕਦੇ ਹਾਂ ਕਿ ਰਸ਼ੀਆ ਜਿਹੜਾ ਵੇ तकरीबन 10 गुणा ज़्यादा हथियार और असले तो और फोर्सेस तो भारी हैगा भी यूक्रेन के उत्ते। लेकिन यूक्रेन ने अपनी जिहड़ी एक हस्ती जिहड़ी बना के रखी सी, उन्हें जिहड़ी अपनी पावर बना के रखी सी, वो नैटो फोर्सेस बैकअप जिहड़ा नैटो का हैगा वे उहदे बैकअप के नाल वो हमेशा अपना जिहड़ा एक रशिया के अगेंस्ट वो अपनी
ਇਸ਼ੂ ਨੂੰ ਬਣਾ ਕੇ ਰੱਖਿਆ ਕਿ ਭਾਈ ਮੈਂ ਆਪਣੇ ਤਰੀਕੇ ਨਾਲ ਆਪਣੀ ਨੈਸ਼ਨਲਿਜ਼ਮ ਨੂੰ ਬਚਾ ਕੇ ਰੱਖਣਾ ਹੈ, ਲੇਕਿਨ ਉਹਦੇ ਪਿੱਛੇ ਜਿਹੜੀ ਤਾਕਤ ਸੀ ਉਹ ਸਾਰੀ ਨੈਟੋ ਦੀ ਹੈਗੀ ਸੀ। ਹੁਣ ਜਦੋਂ ਉਹ ਨੈਟੋ ਦਾ ਇੱਕ ਇਨਫਲੂਐਂਸ ਯੂਕਰਾਈਨ ਦੇ ਉੱਤੇ ਹੋ ਗਿਆ ਤੇ ਇੱਕ ਡਾਇਰੈਕਟ ਜਿਹੜੀ ਚੀਜ਼ ਰਸ਼ੀਆ ਦੇ ਉੱਤੇ ਉਹਨੂੰ ਇੱਕ ਜਿਹਨੂੰ ਕਹਿੰਦਾ ਕਿ ਆਪਣੀ ਸਰਵਾਈਵਲ ਵਾਸਤੇ ਰਸ਼ੀਆ ਨੂੰ ਵੀ ਆਪਣੀ ਪ੍ਰੋਬਲਮ ਉਹਨੂੰ ਦਿਖਣੀ ਸ਼ੁਰੂ ਹੋ ਗਈ। ਉਹ ਬੜਾ ਸਮਝਾਉਂਦਾ ਰਿਹਾ ਉਹਨਾਂ ਨੂੰ, ਯੂਕਰਾਈਨ ਨੂੰ ਸਮਝਾਉਂਦਾ ਰਿਹਾ ਕਿ ਤੁਸੀਂ ਨੈਟੋ ਦੀ ਜਿਹੜੀ ਆਪਣੀ ਮੈਂਬਰਸ਼ਿਪ ਹੈ ਇੱਥੋਂ ਨਿਕਲ ਜਾਓ ਤੇ ਯੂ ਲਿਵ ਲਾਈਕ ਏ ਨਾਰਮਲ ਨੇਸ਼ਨ। ਔਰ ਯੂਕਰਾਈਨ ਕੋਈ ਆਪਣੇ 'ਚ ਹੀ ਇੱਕ ਦੇਸ਼ ਨਹੀਂ ਹੈਗਾ। ਅਗਰ ਦੇਖਿਆ ਜਾਏ ਇਹ ਪਹਿਲੋਂ ਤੋਂ ਹੀ ਇਹ ਐਕਚੁਅਲੀ ਰਸ਼ੀਆ ਦਾ ਹੀ USSR ਦਾ ਹੀ ਇੱਕ ਪਾਰਟ ਹੁੰਦਾ ਸੀ, ਲੇਕਿਨ ਜਿਵੇਂ ਫੇਰ ਬਦਲ ਹਰ ਦੇਸ਼ਾਂ ਵਿੱਚ ਹੁੰਦੇ ਹੈਗੇ ਨੇ, ਇਲਾਕਿਆਂ ਦੇ ਵਿੱਚ ਹੁੰਦੀ ਹੈ, ਡਿਮਾਂਡ ਹੁੰਦੀ ਹੈ, ਫਰੀडम ਦੀ ਡਿਮਾਂਡ ਹੁੰਦੀ ਹੈ, ਉਹ ਕਰਦੇ ਕਰਾਂਦੇ ਇਹ ਯੂਕਰਾਈਨ ਜਿਹੜਾ ਹੈਗਾ ਵੇ USSR ਤੋਂ ਅਲੱਗ ਹੋ ਗਿਆ। ਉਹ ਯੂਕਰਾਈਨ ਜਦੋਂ ਹੋ ਗਿਆ ਹੈ ਔਰ ਇਹ 2014 ਤੋਂ ਹੀ ਅਗਰ ਤੁਸੀਂ ਦੇਖੋ, ਅਗਰ ਰਸ਼ੀਆ ਨੇ ਆਲਰੇਡੀ ਅਟੈਕ ਕਰ ਦਿੱਤਾ ਸੀ ਕ੍ਰੀਮੀਆ ਜਿਹੜਾ ਹੈਗਾ, ਕ੍ਰੀਮੀਆ ਜਿਹੜਾ ਸਾਊਥ ਪੈਨਸਲ ਵਿੱਚ ਹੈਗਾ ਵੇ, ਉਹਨੂੰ ਆਲਰੇਡੀ ਉਹਨੇ ਆਕੂਪਾਈ ਕੀਤਾ ਹੋਇਆ ਸੀ। ਤੇ ਇਹਨੂੰ ਰਸ਼ੀਆ ਦਾ ਪੂਰਾ ਮਤਲਬ ਇਹਨਾਂ ਨੂੰ ਹੈਗਾ ਸੀ ਕਿ ਇਹ ਆਪਸ 'ਚ ਇਹਨਾਂ ਦੀ ਦੇ ਵਰ ਨਾਟ ਇਨ ਟਰਮਸ ਵਾਰ ਲਾਈਕ ਸਿਚੁਏਸ਼ਨ ਤੇ ਹੈਗੀ ਸੀ। ਹੁਣ ਜਦੋਂ ਹਥਿਆਰ ਹੁਣ ਓਪਨਲੀ ਐਜ਼ ਏ ਆਰਮਡ ਫੋਰਸਿਸ ਦੇ ਇੱਕ ਦੂਜੇ ਨਾਲ ਇਸਤੇਮਾਲ ਹੋ ਰਹੇ ਨੇ, ਇੱਕ ਯੂਕਰਾਈਨ ਦੀ ਇੱਕ ਬਹੁਤ ਅੱਛੀ ਇੱਕ ਨਵੀਂ ਇੱਕ ਚੀਜ਼ ਡਿਵੈਲਪ ਹੋ ਕੇ ਆ ਰਹੀ ਹੈ ਕਿ ਰਸ਼ੀਆ ਪੂਰੇ ਆਰਗੇਨਾਈਜ਼ ਤਰੀਕੇ ਨਾਲ ਪ੍ਰੋਫੈਸ਼ਨਲ ਆਰਮਡ ਫੋਰਸਿਸ ਦੇ ਤੌਰ ਦੇ ਨਾਲ ਇੱਕ ਆਰਮੀ ਨੂੰ ਆਪਣਾ ਯੂਜ਼ ਕਰ ਰਿਹਾ ਹੈਗਾ, ਪੂਰੇ ਪਲਾਨ ਤਰੀਕੇ ਨਾਲ ਅਟੈਕ ਕਰ ਰਿਹਾ ਹੈਗਾ ਵੇ। ਪੂਰੇ ਆਬਜੈਕਟਿਵਸ ਜਿੰਨੇ ਉਹਨੇ ਮਿਲਟਰੀ ਆਬਜੈਕਟਿਵਸ ਨੇ ਉਹ ਤੇ ਉਹਨੇ ਪਹਿਲੀ ਰਾਤ ਨੂੰ ਹੀ ਤਬਾਹ ਕਰ ਦਿੱਤੇ। ਔਰ ਜਿੱਥੇ ਵੀ ਉਹਨਾਂ ਨੇ ਕਰਨਾ ਸੀ 에ਅਰ ਯੂਜ਼ ਕੀਤੀ, ਮਿਜ਼ਾਈਲ ਯੂਜ਼ ਕੀਤੀ, ਗਨਸ ਯੂਜ਼ ਕੀਤੀਆਂ, ਬਾਰਡਰ ਸੈਬੋਟੇਜਸ ਕੀਤੇ। ਪਹਿਲੋਂ ਹੀ ਆਲਰੇਡੀ ਬੰਦੇ ਹੈਗੇ ਸੀ, ਆਲਰੇਡੀ ਉਹਨੇ ਜਿਹੜੀ ਕਮਾਂਡੋ ਫੋਰਸਿਸ ਵਗੈਰਾ ਸੈਬੋਟੇਜ ਬਹੁਤ ਹੈਗੇ ਸੀ। ਐਕਚੁਅਲ ਜਿਹੜਾ ਪਹਿਲੇ 2 ਦਿਨਾਂ ਦੇ ਵਿੱਚ ਜਿਹੜਾ ਇਫੈਕਟ ਆਇਆ ਵੇ ਉਹ ਸੈਬੋਟੇਜ ਆਲਰੇਡੀ ਯੂਕਰਾਈਨ ਦੇ ਵਿੱਚ ਪਹੁੰਚੇ ਹੋਏ ਸੀ। ਸੋ ਹਰ ਇੱਕ ਐਲੀਮੈਂਟ ਨੇ ਜਿਹੜਾ ਇੱਕ ਮਿਲਟਰੀ ਪੂਰੀ ਪਾਵਰ ਨੂੰ ਯੂਜ਼ ਕਰਨਾ ਚਾਹੀਦਾ ਸੀ, ਸਟ੍ਰੈਟੇਜਿਕਲੀ ਟੈਕਟੀਕਲੀ ਬਹੁਤ ਅੱਛੇ ਤਰੀਕੇ ਨਾਲ, ਐਜ਼ ਏ ਜਿਹਨੂੰ ਕਹਿੰਦੇ ਨੇ ਪੰਜਾਬੀ 'ਚ ਕਿਹਾ ਜਾਂਦਾ ਵੀ ਦੁਸ਼ਮਣ ਨੂੰ ਕਮਜ਼ੋਰ ਨਹੀਂ ਸਮਝੀਦਾ। ਹਾਂ, ਉਹਨਾਂ ਨੇ ਪੂਰੇ ਤਰੀਕੇ ਨਾਲ ਉਹਨੇ ਬੜੇ ਆਰਗੇਨਾਈਜ਼ ਤਰੀਕੇ ਨਾਲ ਉਹਨੂੰ ਕਬਜ਼ਾ ਕੀਤਾ ਹੈ। ਲੇਕਿਨ ਇਸੀ ਹਾਲਾਤ ਦੇ ਵਿੱਚ ਇੱਕ ਯੂਕਰਾਈਨ ਦੀ ਬਹੁਤ ਵੱਡੀ ਤਾਕਤ ਦਿਖਾਈ ਦਿੱਤੀ ਹੈ। ਉਹ ਵੱਡੇ ਹਥਿਆਰਾਂ ਦੇ ਸਾਹਮਣੇ ਵੀ ਉਹਨਾਂ ਨੇ ਕੀ ਕੀਤਾ, ਆਪਣੇ ਪਰਿਵਾਰਾਂ ਨੂੰ, ਆਪਣੇ ਲੇਡੀਜ਼ ਨੂੰ, ਬੱਚਿਆਂ ਨੂੰ, ਉਹਨਾਂ ਨੂੰ ਕਹਿਤਾ ਕਿ ਤੁਸੀਂ ਇੱਥੋਂ ਮਾਈਗ੍ਰੇਟ ਕਰ ਜਾਓ। ਉਹਨਾਂ ਨੇ ਐਜ਼ ਏ ਮੂਵ ਕਰਵਾ ਦਿੱਤਾ ਟੂਵਰਡਸ ਪੋਲੈਂਡ, ਹੰਗਰੀ, ਉਹਨਾਂ ਨੂੰ ਮੂਵ ਕਰਤਾ। ਔਰ ਆਪ ਇੱਦਾਂ ਦੇ ਬੰਦੇ ਨਿਕਲੇ, ਇੱਕ ਬਹੁਤ ਵੱਡੀ ਇੱਕ ਪਾਵਰ ਨਿਕਲ ਰਹੀ ਹੈਗੀ ਹੈ, ਇੱਕ ਚੀਜ਼ ਸਮਝ ਆ ਰਹੀ ਹੈਗੀ ਹੈ ਕਿ ਉਹ ਟੈਂਕਾਂ ਦੇ ਸਾਹਮਣੇ ਖੜੇ ਹੋਣ ਨੂੰ ਤਿਆਰ ਹੈਗੇ ਨੇ। ਉਹ ਟੈਂਕਾਂ ਦੇ ਸਾਹਮਣੇ ਆਪਣੇ ਮਤਲਬ ਇਨ ਏ ਸੈਂਸ ਕਿ ਨਾਰਮਲ ਸਿਵਲੀਅਨਸ ਜਿਹੜੇ ਹੈਗੇ ਨੇ ਉਹ ਉਸ ਟਾਈਮ ਉਹ ਸਾਹਮਣੇ ਆਉਣ ਨੂੰ ਤਿਆਰ ਹੈਗੇ ਨੇ। ਵੱਡੀ ਮਤਲਬ ਫੋਰਸਿਸ ਉਹ ਕਾਰਾਂ ਦੇ ਨਾਲ ਟੈਂਕਾਂ ਨੂੰ ਰੋਕ ਰਹੇ ਨੇ। ਦਿਸ ਇਜ਼ ਇੱਕ ਨੈਸ਼ਨਲਿਜ਼ਮ ਦੀ ਐਡੀ ਵੱਡੀ ਇੱਕ ਐਗਜ਼ਾਮਪਲ ਇਹ ਉੱਭਰ ਕੇ ਆਈ ਹੈਗੀ ਕਿ ਛੋਟਾ ਜਿਹਾ ਇੱਕ ਦੇਸ਼ ਹਰ ਐਲੀਮੈਂਟ ਉੱਥੇ ਲੜਨ ਨੂੰ ਤਿਆਰ ਹੈਗਾ। ਇੱਥੋਂ ਤੀਕਰ ਕਿ ਉਹਦਾ ਜਿਹੜਾ ਪ੍ਰੈਜ਼ੀਡੈਂਟ ਹੈਗਾ ਵੇ ਉਹ ਆਪ ਕਹਿੰਦਾ ਮੈਂ ਭਾਵੇਂ ਮਰ ਜਾਵਾਂਗਾ ਲੇਕਿਨ ਇੱਥੋਂ ਛੱਡਣਾ ਨਹੀਂ ਇਹ ਜਗ੍ਹਾ ਮੈਂ ਆਪਣੀ। ਨੋ, ਦਿਸ ਇਜ਼ ਸਮਥਿੰਗ ਵਿਚ ਇਜ਼ ਵੈਰੀ ਇੰਟਰਸਟਿੰਗ ਔਰ ਪੂਰੇ ਵਰਲਡ ਵਾਸਤੇ ਇੱਕ ਐਗਜ਼ੈਂਪਲਰੀ ਇੱਕ ਨਵੀਂ ਚੀਜ਼ ਉੱਠ ਕੇ ਆ ਰਹੀ ਹੈਗੀ। ਅਸੀਂ ਸੁਣਦੇ ਹੁੰਦੇ ਸੀ ਕਿ ਜੈਪਨੀਜ਼ ਫੋਰਸਿਸ ਯੂਜ਼ ਟੂ ਬੀ ਵੈਰੀ ਸਟਰੋਂਗ, ਬਟ ਆਹ ਜਿਹੜੀ ਚੀਜ਼ ਇਹਨੇ ਯੂਕਰਾਈਨ ਸਾਹਮਣੇ ਦਿਖ ਰਹੀ ਹੈ, ਇਹ ਨੈਸ਼ਨੈਲਿਟੀ ਦੀ ਜਿਹੜੀ ਤਾਕਤ ਦਿਖਾਈ ਦੇ ਰਹੀ, ਇਟਸ ਅ ਗ੍ਰੇਟ ਐਗਜ਼ਾਮਪਲ। ਔਰ ਅਗਰ ਇਹ ਹਾਲਾਤ ਇੱਦਾਂ ਬਣੇ ਰਹੇ ਔਰ ਯੂਕਰਾਈਨ ਦੇ ਲੋਕਲ ਪੋਪੂਲੇਸ਼ਨ ਇੱਦਾਂ ਡਟੀ ਰਹੀ, ਖਾਸ ਕਰਕੇ ਜਿਹੜਾ ਇਹਨਾਂ ਦੇ ਸਿਵਲੀਅਨ ਪੋਪੂਲੇਸ਼ਨ ਆਪਣੇ ਆਪ ਆ ਗਈ ਹੈਗੀ। ਮੈਂਬਰ ਆਫ ਪਾਰਲੀਮੈਂਟ, ਲੇਡੀ ਮੈਂਬਰ ਆਫ ਪਾਰਲੀਮੈਂਟ ਨੇ ਬੰਦੂਕ ਫੜ ਲਈ ਹੈ। ਯੂ ਸੀ ਇਟ ਇਜ਼ ਅ ਐਗਜ਼ਾਮਪਲ। ਇਹਦਾ ਮਤਲਬ ਕਿ ਇੱਕ ਮੈਂਬਰ ਆਫ ਪਾਰਲੀਮੈਂਟ ਜਿਹੜੇ ਕਾਨੂੰਨ ਬਣਾਉਣ ਵਾਲੀ ਲੇਡੀ ਹੈਗੀ ਹੈ, ਉਹਨੇ ਕਹਿੰਦੀ ਮੈਂ ਹੱਥ 'ਚ ਮੈਂ ਬੰਦੂਕ ਫੜ ਲਈ ਹੈ। ਸੋ ਦਿਸ ਇਜ਼ ਸਮਥਿੰਗ ਵਿਚ ਇਜ਼ ਵੈਰੀ ਇੰਟਰਸਟਿੰਗ। ਔਰ ਅਗਰ ਇੱਦਾਂ ਦੇ ਹਾਲਾਤ ਰਹੇ ਤੇ ਰਸ਼ੀਆ ਵਾਸਤੇ ਬਹੁਤ ਟਫ ਹੋ ਜਾਏਗਾ ਕਿ ਇਹੋ ਜਿਹੀ ਰੈਜ਼ਿਸਟੈਂਸ ਨੂੰ ਡਿਮੋਲਿਸ਼ ਕਰਨਾ। ਔਰ ਅਗਰ ਇਹ ਚੀਜ਼ ਅਗਰ ਇਹ ਲਗਾਤਾਰ ਕੁਛ ਹੋਰ ਦਿਨਾਂ 'ਚ ਚੱਲਦੀ ਰਹੀ ਤੇ ਇੱਕ ਇੰਟਰਨੈਸ਼ਨਲ ਪ੍ਰੈਸ਼ਰ ਇੰਨਾ ਡਿਵੈਲਪ ਹੋ ਜਾਏਗਾ। ਥੋੜ੍ਹੇ ਦਿਨ ਪਹਿਲਾਂ ਅਸੀਂ ਇਹ ਦੇਖ ਰਹੇ ਹਾਂ ਲੋਕੀ ਤੇ ਇੰਡੀਆ ਦੇ ਵਿੱਚ ਵੀ ਕਹਿ ਰਹੇ ਨੇ ਕਿ ਸਾਨੂੰ ਵੀ ਭੇਜੋ, ਅਸੀਂ ਵੀ ਜਾ ਕੇ ਰਸ਼ੀਆ ਦੇ ਅਗੇਂਸਟ ਅਸੀਂ ਖੜ੍ਹਨੇ ਹੈਗੇ ਹਾਂ। ਸਾਡਾ ਕੀ ਕਹਿੰਦੇ ਨੇ ਪੰਜਾਬੀ ਬੰਦੇ ਤੇ ਲੰਗਰ ਲੈ ਕੇ ਵੀ ਪਹੁੰਚ ਗਏ ਨੇ ਉੱਥੇ। ਦੇਰ ਇਜ਼ ਏ ਨਿਊਜ਼ ਦੈਟ ਲੰਗਰ ਇਜ਼ ਆਲਸੋ ਸਟਾਰਟਡ।
ਸੋ ਇਹਦਾ ਮਤਲਬ ਹੈ ਇੱਕ ਹੁਣ ਇਹੋ ਜਿਹਾ ਇੱਕ ਮਾਹੌਲ ਆ ਰਿਹਾ ਹੈਗਾ ਵੇ ਕਿ ਇੱਕ ਇੰਟਰਨੈਸ਼ਨਲੀ ਕਿਧਰੇ ਵੀ ਲੜਾਈ ਹੁੰਦੀ ਹੈਗੀ ਹੈ ਉਹਦੇ ਵਾਸਤੇ ਕੋਈ ਨਾ ਕੋਈ ਲੋਕੀ ਇੱਦਾਂ ਖੜ ਜਾਂਦੇ ਹੈਗੇ ਨੇ ਕਿ ਇੱਕ ਹਿਊਮਨ ਰਾਈਟ ਵਾਇਲੇਸ਼ਨ ਹੋਣ ਨੂੰ ਹੁਣ ਇੰਟਰਨੈਸ਼ਨਲੀ ਇੰਨੇ ਸਿਵਲਾਈਜ਼ਡ ਲੋਕੀ ਨੇ ਉਹ ਨਹੀਂ ਹੋਣ। ਰੂਸ ਨੂੰ ਵੀ ਬਾਹਰ ਕੱਢਤਾ, ਰੂਸ ਨੂੰ ਵੀ ਨੋਟੀਫਿਕੇਸ਼ਨ ਦਿੱਤਾ ਮੇਰੇ ਖਿਆਲ ਨਾਲ। ਸੋ ਦਿਸ ਇਜ਼ ਅ ਕਾਈਂਡ ਆਫ ਅ ਨਿਊ ਫਿਨੋਮਨਾ ਡਿਵੈਲਪ, ਨਿਊ ਇੱਕ ਲੜਾਈ ਦੇ ਵਿੱਚ ਇੱਕ ਨਵੀਂ ਚੀਜ਼ ਡਿਵੈਲਪ ਉੱਭਰ ਕੇ ਆ ਰਹੀ ਹੈਗੀ ਹੈ ਕਿ ਜਿਹੜੀ ਇਨਸਾਨੀਅਤ ਜਿਹੜੀ ਜਜ਼ਬਾ ਹੈਗਾ ਵੇ ਆਪਣੇ ਦੇਸ਼ ਨੂੰ ਬਚਾਉਣ ਦਾ, ਭਾਵੇਂ ਉਹ ਫੌਜੀ ਹੈ ਭਾਵੇਂ ਨਹੀਂ ਹੈਗਾ ਵੇ, ਉਹ ਜਿਹੜਾ ਖੜਾ ਹੋ ਗਿਆ ਵੇ, ਇਹ ਬਹੁਤ ਵੱਡੀ ਗੱਲ ਹੋ ਗਈ। ਜਿਹੜਾ ਇੱਕ ਵਾਰੀ ਦਲੇਰੀ ਨਾਲ ਸਾਹਮਣੇ ਖੜਾ ਹੋ ਹੀ ਗਿਆ, ਜਿਹੜਾ ਆਇਆ ਹੀ ਕਹਿੰਦਾ ਵੀ ਮੈਨੂੰ ਮਾਰ ਦਿਓ ਜਾਂ ਮੈਂ ਮਰਨ ਨੂੰ ਤਿਆਰ ਆ, ਫਿਰ ਉਹ ਤਾਂ ਕੁਝ ਵੀ ਕਰ ਸਕਦਾ ਹੈ। ਕਰ ਸਕਦਾ ਹੈ। ਸੋ ਦਿਸ ਇਜ਼ ਵੇਅਰ ਵੀ ਇਸ ਹਾਲਾਤ ਦੇ ਵਿੱਚ ਸਾਨੂੰ ਇਹ ਦੇਖਣਾ ਪਏਗਾ ਔਰ ਮੈਨੂੰ ਜਾਪਦਾ ਹੈਗਾ ਵੇ ਕਿ ਇਹ ਇੰਟਰਨੈਸ਼ਨਲ ਪ੍ਰੈਸ਼ਰ ਇਹੋ ਜਿਹਾ ਡਿਵੈਲਪ ਹੋ ਜਾਏਗਾ। ਇਹਦੇ ਦੋ ਹੀ ਪਹਿਲੂ ਹੋ ਸਕਦੇ ਨੇ ਇਸ ਟਾਈਮ, ਜਾਂ ਤੇ ਇੰਟਰਨੈਸ਼ਨਲੀ ਕੋਈ ਨੈਟੋ ਫੋਰਸਿਸ ਜਾਂ ਯੂਰਪੀਅਨ ਕੰਟਰੀਜ਼ ਕੋਈ ਗਲਤੀ ਕਰ ਸਕਦੀਆਂ ਨੇ ਕਿ ਐਵੇਂ ਆਪਣੀ ਹਉਮੈ ਦੇ ਵਿੱਚ ਆ ਕੇ, ਆਪਣੀ ਈਗੋਇਜ਼ਮ ਦੇ ਵਿੱਚ ਆ ਕੇ ਅਗੇਂਸਟ ਰਸ਼ੀਆ ਅਗਰ ਕੋਈ ਹੋਰ ਸੀਰੀਅਸ ਵੈਪਨ ਨਾ ਯੂਜ਼ ਕਰ ਲੈਣ, ਉਸ ਚੀਜ਼ ਨੂੰ ਬਸ ਉਸ ਚੀਜ਼ ਦਾ ਡਰ ਹੈਗਾ ਵੇ ਆਪਸ ਵਿੱਚ। ਜਿਵੇਂ ਅੱਜ ਦੀ ਤਰੀਕ ਵਿੱਚ ਸਾਰੇ ਦੇਸ਼ ਹੀ ਨਿਊਕਲੀਅਰ ਹੈਗੇ ਨੇ, ਰਾਈਟ। ਸੋ ਨਿਊਕਲੀਅਰ ਅਗਰ ਪਾਵਰ ਯੂਜ਼ ਹੁੰਦੀ ਹੈ, ਨਿਊਕਲੀਅਰ ਮਿਜ਼ਾਈਲਸ ਯੂਜ਼ ਹੁੰਦੀਆਂ ਨੇ, ਨਿਊਕਲੀਅਰ ਕੋਈ ਬੌਂਬਸ ਹੁੰਦੇ ਨੇ, ਦੈਟ ਵਿਲ ਬੀ ਅਗੇਂਸਟ ਹਿਊਮੈਨਿਟੀ। ਮੈਨੂੰ ਨਹੀਂ ਲੱਗ ਜਾਪਦਾ ਕਿ ਇੱਦਾਂ ਦੀ ਕੋਈ ਸਿਚੁਏਸ਼ਨ ਸਟੇਜ ਆਏਗੀ, ਕਿਉਂਕਿ ਰਸ਼ੀਆ ਹਰ ਦੇਸ਼ ਨੂੰ ਆਪਣੀ ਸਰਵਾਈਵਿਲਿਟੀ ਵਾਸਤੇ ਬੜੇ ਸੋਚ ਸਮਝ ਕੇ ਹੀ ਆਪਣਾ ਦਬਾਅ ਦਿਖਾਉਣਾ ਚਾਹੀਦਾ ਹੈਗਾ। ਰੂਸ ਵੱਲੋਂ ਤਾਂ ਇਹ ਵੀ ਕਿਹਾ ਜਾ ਰਿਹਾ ਦੂਸਰੇ ਦੇਸ਼ਾਂ ਨੂੰ ਖਾਸ ਤੌਰ ਤੇ ਵੀ ਤੁਸੀਂ ਇੰਟਰਫੇਅਰ ਨਾ ਕਰੋ, ਮੈਂ ਆਪਣੇ ਆਪ ਸਾਂਭ ਲੂੰਗਾ, ਅਸੀਂ ਆਪਣੇ ਆਪ ਸਾਂਭ ਲਾਂਗੇ। ਦੇਖੋ ਹੁਣ ਪਿਊਟਿਨ ਆਪਣੀ ਤਾਕਤ ਦਿਖਾ ਰਿਹਾ ਹੈ, ਰਸ਼ੀਆ ਆਪਣੀ ਤਾਕਤ ਦਿਖਾ ਰਿਹਾ ਹੈਗਾ, ਕਿਉਂਕਿ ਛੋਟਾ ਦੇਸ਼ ਹੈਗਾ ਵੀ ਯੂਕਰੇਨ। ਹੁਣ ਛੋਟੇ ਦੇਸ਼ ਦੇ ਉੱਤੇ ਜੋ ਮਰਜ਼ੀ ਅਗਰ ਉਹ ਨੇਬਰ ਹੈਗਾ ਵੀ ਉਹ ਤਾਕਤ ਦਿਖਾਣਾ ਚਾਹੁੰਦਾ ਵੇ, ਲੇਕਿਨ ਯੂਕਰੇਨ ਮੰਨਣ ਨੂੰ ਤਿਆਰ ਨਹੀਂ, ਕਹਿੰਦਾ ਮੈਂ ਮੇਰਾ ਭਾਵੇਂ ਛੋਟਾ ਦੇਸ਼ ਹੈਗਾ ਵੇ ਲੇਕਿਨ ਹੈ ਮੇਰਾ ਦੇਸ਼। ਸਰ ਪਿੱਛੇ ਬੈਕ ਐਂਡ ਤੋਂ ਕਹਿੰਦੇ ਕਿਸੇ ਦੀ ਸਪੋਰਟ ਹੈ, ਅਮਰੀਕਾ ਦੀ ਸਪੋਰਟ ਹੈਗੀ ਉਹਨੂੰ ਜਾਂ ਨਾਟੋ ਦੀ, ਜਿਵੇਂ ਤੁਸੀਂ ਗੱਲ ਕਰਦੇ ਪਏ ਹੋ, ਜੇ ਇੰਨੀਆਂ ਵੱਡੀਆਂ ਤਾਕਤਾਂ ਨਾਲ ਲੈ ਕੇ ਉਹ ਲੜਨਗੇ ਜਾਂ ਲੜ ਰਹੇ ਨੇ, ਕੁਛ ਨਾ ਕੁਛ ਤਾਂ ਹੈ ਸਮਥਿੰਗ। ਸਰ ਦੇਖੋ ਇਹ ਸਪੋਰਟ ਜਿਹੜਾ ਬੰਦਾ ਆਪ ਮਰਨ ਨੂੰ ਤਿਆਰ ਹੋ ਜਾਂਦਾ ਵੇ ਨਾ, ਇਹਦੇ ਵਿੱਚ ਉਹਨੂੰ ਦੇਸ਼ਵਾਸੀ ਦਾ ਜਿਹੜਾ ਜਜ਼ਬਾ ਹੈਗਾ ਨਾ ਉਹ ਜ਼ਿਆਦਾ ਉੱਚਾ ਹੈਗਾ ਵੇ। ਸਪੋਰਟ ਉਹਨੂੰ ਹੀ ਮਿਲੇਗੀ ਜਿਹਦੇ 'ਚ ਕੋਈ ਜਜ਼ਬਾ ਹੋਏਗਾ ਰੁਕਣ ਵਾਸਤੇ। ਹੁਣ ਯੂਕਰੇਨ ਦੇ ਲੋਕੀ ਆਪ ਹੀ ਰੁਕਣ ਨੂੰ ਤਿਆਰ ਹੈਗੇ ਨੇ ਤੇ ਹਰ ਕੋਈ ਉਹਨੂੰ ਸਪੋਰਟ ਕਰੇਗਾ, ਠੀਕ ਹੈ। ਹੁਣ ਇਹ ਹੀ ਇੱਕ ਬਹੁਤ ਵੱਡਾ ਸਵਾਲ ਖੜਾ ਹੋ ਜਾਂਦਾ ਹੈ। ਰਸ਼ੀਆ ਈਵਨ ਪਿਊਟਿਨ ਦੀ ਕੱਲ ਦੀ ਸਟੇਟਮੈਂਟ, ਉਹਨੇ ਵੀ ਇਹਨਾਂ ਨੇ ਸੋਚਿਆ ਸੀ ਕਿ ਇਹਨਾਂ ਰੈਜ਼ਿਸਟੈਂਸ ਆ ਜਾਏਗਾ। ਹੀ ਇਜ਼ ਆਲਸੋ ਇਸ ਟਾਈਮ ਰਸ਼ੀਅਨ ਆਰਮ ਫੋਰਸਿਸ ਵੀ ਸਰਪ੍ਰਾਈਜ਼ ਹੈਗੀਆਂ ਨੇ ਕਿ ਇਹ ਲੋਕਲ ਸਿਵਲੀਅਨ ਇੰਨਾ ਖੜੇ ਹੋ ਜਾਣਗੇ। ਸੋ ਉਹਨਾਂ ਨੂੰ ਉਹ ਕਹਿੰਦੇ ਸਾਨੂੰ ਹਥਿਆਰ ਦੇ ਦਿਓ ਬਸ, ਔਰ ਲੋਕਾਂ ਨੇ ਦੇਣਾ ਵੀ ਸ਼ੁਰੂ ਕਰਤੇ। ਲੜ ਅਸੀਂ ਆਪੇ ਲਵਾਂਗੇ, ਔਰ ਨਾ ਕੋਈ ਟ੍ਰੇਨਿੰਗ ਨਾ ਕੁਛ। ਉਹ ਹੁਣ ਸਿਵਲੀਅਨ ਕੱਪੜਿਆਂ ਦੇ ਵਿੱਚ ਤੁਸੀਂ ਦੇਖੋ, ਅਗਰ ਕਿੰਨਾ ਕੁ ਤੁਸੀਂ ਇਹ ਸਿਵਲੀਅਨਸ ਲੋਕਾਂ ਨੂੰ ਤੁਸੀਂ ਡਿਸਟਰੋਏ ਕਰ ਲੋਗੇ, ਇਟ ਵਿਲ ਬੀ ਅਗੇਂਸਟ ਦੀ ਮਤਲਬ ਹਰ ਟਾਈਪ ਦੀ ਵਾਇਲੇਸ਼ਨ ਤੇ ਹੋ ਗਈ। ਯੂਐਨ ਨੇ ਆਲਰੇਡੀ ਡਿਕਲੇਅਰ ਕਰ ਦਿੱਤਾ ਹੈ। ਐਂਡ ਇਸ ਹਾਲਾਤ ਦੇ ਵਿੱਚ ਮੈਂ ਤੇ ਇਹ ਆਖਾਂਗਾ ਕਿ ਸਭ ਤੋਂ ਜਿਹੜਾ ਇੱਕ ਅੱਛਾ ਰੋਲ ਪਲੇ ਕਰ ਰਿਹਾ ਉਹ ਹਿੰਦੁਸਤਾਨ ਕਰ ਰਿਹਾ। ਉਹਨੇ ਆਖਿਆ, ਉਹ ਦੋਨੋਂ ਨੂੰ ਕਹਿ ਰਿਹਾ ਸਟਾਪ ਦਾ ਵਾਰ, ਔਰ ਅਗਰ ਇਹਨੂੰ ਪੀਸ ਵਿੱਚ ਲਿਆਉਣਾ ਚਾਹੁੰਦੇ ਨੇ ਤੇ ਇੰਡੀਆ ਨਾਓ ਹੈਜ਼ ਅ ਵੈਰੀ ਇੰਪੋਰਟੈਂਟ ਰੋਲ। ਕਿਉਂਕਿ ਪ੍ਰੋਬਲਮ ਇਹ ਹੈਗੀ ਹੈ ਕਿ ਯੂਰਪੀਅਨ ਨੇਸ਼ਨਸ, ਨੈਟੋ ਨੇਸ਼ਨਸ ਜਿਹੜੇ ਹੈਗੇ ਨੇ, ਪਾਕਿਸਤਾਨ, ਚਾਈਨਾ, ਇਹ ਸਾਰੇ ਦੇਖੋ ਹੁਣ ਇਹ ਡਿਵਾਈਡਡ ਹੋ ਗਏ ਨੇ। ਇਹਨਾਂ ਨੇ ਆਪਣੇ ਡਿਵਾਈਡਡ ਇੰਟਰਸਟ ਸ਼ੋ ਕਰਤਾ ਹੈ। ਜਿਵੇਂ ਪਾਕਿਸਤਾਨ, ਚਾਈਨਾ, ਦੇ ਆਰ ਪ੍ਰੋ ਰਸ਼ੀਆ। ਨੈਟੋ ਦੇ ਜਿੰਨੇ ਹੈਗੇ ਨੇ ਕੰਟਰੀਜ਼ ਨੇ ਉਹ ਪ੍ਰੋ ਯੂਕਰੇਨ ਹੋ ਗਏ। ਹੁਣ ਇੱਕ ਇਹੋ ਜਿਹਾ ਕੰਟਰੀ ਚਾਹੀਦਾ ਹੈਗਾ ਵੇ ਜਿਹੜਾ ਇਸ ਨੂੰ ਹੌਲੀ ਹੌਲੀ ਇਹਨੂੰ ਸਟੈਬਲਾਈਜ਼ ਕਰੇ, ਮੀਡੀਓਕਰ ਵਿੱਚ ਇਹਨਾਂ ਨੂੰ ਇੱਕ ਸੰਭਾਲਣ ਦੀ ਕੋਸ਼ਿਸ਼ ਕਰੇ। ਇੱਥੇ ਮੈਨੂੰ ਲੱਗਦਾ ਹੈਗਾ ਕਿ ਹਿੰਦੁਸਤਾਨ ਵਿਲ ਪਲੇ ਵੈਰੀ ਮੇਜਰ ਰੋਲ ਆਉਣ ਵਾਲੇ ਟਾਈਮ ਦੇ ਵਿੱਚ। ਜਿਹੜੇ ਵੈਪਨਸ ਯੂਜ਼ ਹੋ ਰਹੇ ਨੇ, ਜਿਵੇਂ ਤੁਸੀਂ ਆਪਾਂ ਗੱਲ ਕਰਦੇ ਪਏ ਸੀ ਹਵਾਈ ਹਮਲੇ ਥਰੂ, ਨਿਊਕਲੀਅਰਸ ਜਿਹੜੇ ਚੱਲਦੀਆਂ ਪਈਆਂ ਨੇ, ਹੋਰ ਕਈ ਜਿਹੜੇ ਪਦਾਰਥ ਹੈਗੇ ਨੇ ਜਿਨ੍ਹਾਂ ਨਾਲ ਮਤਲਬ ਕਾਫੀ ਨੁਕਸਾਨ ਇਨਸਾਨੀ ਜ਼ਿੰਦਗੀ ਨੂੰ ਹੁੰਦਾ, ਕਿਸ ਤਰ੍ਹਾਂ ਮੰਨਦੇ ਹੋ ਤੁਸੀਂ? ਕਿਵੇਂ ਦੇ ਹਾਲਾਤਾਂ ਦੇ ਵਿੱਚ ਲੋਕ ਉੱਥੇ ਰਹਿ ਰਹੇ ਹੋਣਗੇ? ਸਰ ਦੇਖੋ, ਜਦੋਂ ਇਟ ਇਜ਼ ਅ ਵੈਰੀ ਡਿਫਿਕਲਟ ਸਿਚੁਏਸ਼ਨ। ਦੇਖੋ ਇੱਦਾਂ ਕਿ ਕਿਸੇ ਨੂੰ ਕੋਈ ਨਹੀਂ ਪਤਾ ਕਿ ਆਪੋਜ਼ਿਟ ਐਨੀਮੀ ਨੇ ਕੀ ਪਲਾਨ ਕੀਤਾ ਹੈਗਾ। ਸਭ ਤੋਂ ਵੱਡੀ ਗੱਲ, ਜਦੋਂ ਲੜਾਈ ਸ਼ੁਰੂ ਹੋ ਜਾਂਦੀ ਹੈ ਦੁਸ਼ਮਣ ਨੂੰ, ਜਦੋਂ ਲੜਾਈ ਸ਼ੁਰੂ ਹੋ ਜਾਂਦੀ ਹੈ ਪਹਿਲਾਂ ਕੋਈ ਦੱਸ ਕੇ ਨਹੀਂ, ਜਿੱਥੇ ਵੀ ਉਹਨੇ ਕੋਈ ਆਬਜੈਕਟਿਵ ਹੈ ਜਾਂ ਕੋਈ ਸਿਸਟਮ ਨੂੰ ਉਹਨੇ ਆਬਜੈਕਟਿਵ ਨੂੰ ਆਕੂਪਾਈ ਕਰਨਾ ਵੇ, ਕੀ ਉਹਨਾਂ ਦਾ ਪਲਾਨ ਹੈ, ਇਹ ਦੋਨੋਂ ਪਾਰਟੀਜ਼ ਨੂੰ ਪਤਾ ਨਹੀਂ ਹੁੰਦਾ। ਔਰ ਇਸ ਅਨਨੋਨ ਫੈਕਟਰ ਦੇ ਵਿੱਚ ਬੈਟਲ ਗਰਾਊਂਡ ਇਜ਼ ਅ ਵੈਰੀ ਵੈਰੀ ਲੋਨਲੀ ਏਰੀਆ। ਜਿੱਥੇ ਵੀ ਬੈਟਲ ਲੱਗਦੀ ਹੈ ਇੱਕ ਬੰਦਾ ਜਿੱਥੇ ਵੀ ਹੋਵੇਗਾ ਉਹਨੂੰ ਬੜਾ ਅਕੇਲਾਪਨ ਮਹਿਸੂਸ ਹੁੰਦਾ ਹੈ। ਸਭ ਤੋਂ ਵੱਡੀ ਗੱਲ ਇਹ ਵੇ।
ਇਹ ਨਹੀਂ ਕਹਿ ਸਕਦਾ ਹੈਗਾ ਕਿ ਬਈ ਉਹ ਇਹ ਕਰ ਰਿਹਾ ਤੇ ਚਲੋ ਮੈਂ ਹੁਣ ਇਹ ਕਰਨਾ ਹੈ। ਉਹ ਹਰ ਇੱਕ ਨੂੰ ਅਕੇਲਾਪਨ ਮਹਿਸੂਸ ਹੋ ਰਿਹਾ ਹੋਣਾ ਵੇ, ਹਰ ਇੱਕ ਦੀ ਸੋਚ ਵਿੱਚ ਕਿ ਇਸ ਟਾਈਮ ਮੇਰੇ ਤੇ ਕੋਈ ਕਿਧਰੋਂ ਨਾ ਬੰਮ ਨਾ ਆ ਜਾਏ, ਕਿਧਰੋਂ ਮੇਰੇ ਤੋਂ ਮਿਜ਼ਾਈਲ ਨਾ ਅਟੈਕ ਹੋ ਜਾਏ, ਕਿਧਰੇ 에ਅਰ ਸਟ੍ਰਾਈਕ ਨਾ ਹੋ ਜਾਏ। ਹਰ ਇੱਕ ਨੂੰ ਇੱਕ ਤਰੀਕੇ ਦੀ ਦਹਿਸ਼ਤ ਤੇ ਹੁੰਦੀ ਹੈ, ਡਰ ਹੁੰਦਾ ਹੈਗਾ। ਲੇਕਿਨ ਇਹ ਸਭ ਚੀਜ਼ ਦੇ ਵਿੱਚ ਵੀ ਹੁਣ ਸਰਵਾਈਵਿਲਿਟੀ ਦੇ ਵਿੱਚ ਜਿਹੜੇ ਲੜਦੇ ਨੇ ਪ੍ਰੋਫੈਸ਼ਨਲੀ, ਅਸੀਂ ਆਰਮ ਫੋਰਸ ਲੜੀ ਦਾ ਹੈਗਾ, ਉਹ ਬੜੇ ਪਲਾਨ ਤਰੀਕੇ ਨਾਲ ਆਪਣੀਆਂ ਫੋਰਸਿਸ ਲੜ ਰਹੇ। ਹੁਣ ਸਾਨੂੰ ਇੱਥੇ ਬੈਠੇ ਸਾਨੂੰ ਇਹ ਨਹੀਂ ਪਤਾ ਕੀ ਰਸ਼ੀਆ ਦੀ ਪਲੈਨਿੰਗ ਹੈਗੀ ਹੈ, ਮਿਲਟਰੀ ਪਲੈਨਿੰਗ ਹੈ, ਕੀ ਯੂਕਰੇਨ ਦੀ ਡਿਫੈਂਸਿਵ ਪਾਲਿਸੀ ਹੈਗੀ ਹੈ, ਸਾਨੂੰ ਇੱਥੇ ਨਹੀਂ ਪਤਾ ਲੱਗ ਸਕਦਾ। ਲੇਕਿਨ ਹਾਂ, ਹਾਲਾਤ ਦੇ ਵਿੱਚ ਹਰ ਕੋਈ, ਭਾਵੇਂ ਉਹ ਸਿਵਲੀਅਨ ਹੋਵੇ, ਭਾਵੇਂ ਉਹ ਆਰਮ ਫੋਰਸਿਸ ਦੇ ਲੋਕੀ ਉੱਥੇ ਹੋਣ, ਭਾਵੇਂ ਉੱਥੇ ਜਿਹੜੀ ਗਵਰਨਮੈਂਟ ਸਿਸਟਮਸ ਹੈਗੇ ਨੇ, ਉਹ ਕਾਫੀ ਇਸ ਸਿਚੁਏਸ਼ਨ ਦੇ ਵਿੱਚ ਉਹ ਰਿਐਕਸ਼ਨ ਕਰਦੇ ਨੇ। ਆਰਮ ਫੋਰਸ ਜਦੋਂ ਲੜਾਈ ਹੁੰਦੀ ਹੈ, ਹਰ ਕੋਈ ਬੰਦਾ ਸਿਚੁਏਸ਼ਨ ਤੋਂ ਰਿਐਕਟ ਕਰਦਾ ਹੈ। ਇੱਕ ਹੁੰਦਾ ਪਲਾਨ ਦੇ ਨਾਲ ਕੋਈ ਤੁਸੀਂ ਬਿਲਡਿੰਗ ਬਣਾ ਲਈ, ਇੱਥੇ ਇੱਦਾਂ ਤਾਂ ਸਿਸਟਮ ਹੈ ਨਹੀਂ। ਇੱਥੇ ਤੇ ਜਿੱਦਾਂ ਦਾ ਹੋੜ ਪਏਗੀ, ਜਿੱਦਾਂ ਦਾ ਨੁਕਸਾਨ ਹੋਏਗਾ, ਉੱਦਾਂ ਦਾ ਬੰਦੇ ਨੇ ਰਿਐਕਸ਼ਨ ਕਰਨਾ ਵੇ। ਸੋ ਉਹ ਹਾਲਾਤ, ਉਹ ਲੜਾਈ ਦੀ ਹਾਲਾਤ ਜਿਹੜੀ ਹੈਗੀ ਹੈ ਬੜੀ ਟਫ ਹੁੰਦੀ ਹੈ। ਇਹਦੇ ਵਿੱਚ ਤੁਸੀਂ ਦੇਖੋ ਕਿ ਅੱਜ ਤੱਕ ਸੋ ਮੈਨੀ ਪੀਪਲ ਆਰ ਡਾਈਂਗ ਆਲਸੋ, ਸੌਰੀ, ਕਿਸੇ ਡੈਥ ਹੋ ਰਹੀ ਹੈ, ਕਿਸੇ ਇੰਜਰੀਜ਼ ਹੋ ਰਹੀਆਂ ਨੇ। ਉਸ ਟਾਈਮ ਦੇ ਵਿੱਚ ਹਾਲਾਤ ਦੇ ਵਿੱਚ ਸਿਵਲ ਇਲਾਕੇ ਦੇ ਵਿੱਚ ਲੋਕੀ ਕਿੱਦਾਂ ਸਰਵਾਈਵ ਕਰਦੇ ਨੇ, ਇਟ ਇਜ਼ ਵੈਰੀ ਟਫ। ਉਹ ਤਾਂ ਡਾਇਰੈਕਟ ਕੀ ਕਹਿੰਦੇ, ਉਹਨਾਂ ਦੀ ਬਿਲਡਿੰਗਸ ਦੇ ਵਿੱਚ, ਸਿਵਲੀਅਨ ਹਾਊਸਿਸ ਦੇ ਵਿੱਚ ਵੀ ਅਟੈਕ ਆ ਗਿਆ ਹੈਗਾ ਵੇ। ਮਤਲਬ ਇਹ ਨਹੀਂ ਹੋਏਗਾ, ਪ੍ਰੋਫੈਸ਼ਨਲ ਆਰਮੀ ਕਦੀ ਸਿਵਲੀਅਨਸ ਨੂੰ ਅਟੈਕ ਨਹੀਂ ਕਰਦੀ। ਲੇਕਿਨ ਜਦੋਂ ਅਸਲੀ ਅਸਲਾ ਚਲਾਈਦਾ ਵੇ, ਅਸੀਂ ਕਿ ਆਪਣੀ ਉਹ ਗਲਤੀ ਕਿਤੇ ਨਾ ਕਿਤੇ ਕੁਝ ਹੋ ਸਕਦਾ ਹੈਗਾ। ਆਪਣੇ ਹਿੰਦੁਸਤਾਨ ਦੇ ਜੇ ਸਟੂਡੈਂਟ ਦੀ ਗੱਲ ਕੀਤੀ ਜਾਵੇ, ਖਾਸ ਤੌਰ ਤੇ ਪੰਜਾਬੀਜ਼ ਜਾਂ ਔਰ ਏਰੀਆਜ਼ ਦੇ ਸਟੂਡੈਂਟ ਕਾਫੀ ਵੱਡੀ ਗਿਣਤੀ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇੱਕ ਆંકੜਾ ਤਾਂ ਆਇਆ 28,000 ਸਟੂਡੈਂਟ ਫਸੇ ਹੋਏ ਨੇ ਉੱਥੇ। ਤੇ ਕਿਸ ਤਰ੍ਹਾਂ ਮੰਨਦੇ ਹੋ ਸਰਕਾਰ ਨੂੰ ਕੀ ਸਟੈਪ ਚੱਕਣੇ ਚਾਹੀਦੇ? ਕਿਉਂਕਿ ਰਨਵੇ ਹੈ, ਕਹਿੰਦੇ ਉੱਥੇ ਪਲੇਨ ਨਹੀਂ ਉਤਾਰਨ ਦੇ ਰਹੀ ਯੂਕਰੇਨ ਗਵਰਨਮੈਂਟ ਜਾਂ ਹੋਰ ਜਿਹੜੇ ਉਹਦੇ ਨਾਲ ਦੇ, ਤੇ ਜਿਹੜੀਆਂ ਨਾਲ ਦੀਆਂ ਕੰਟਰੀਜ਼ ਨੇ ਉੱਥੇ ਜਿਹੜੇ ਸਟੂਡੈਂਟ ਵਿੱਚ ਈਸਟ ਵਾਲੀ ਸਾਈਡ ਨੇ ਉਹ ਜਾ ਨਹੀਂ ਸਕਦੇ, 2-2 ਦਿਨ ਲੱਗਣਗੇ ਉੱਥੇ ਜਾਣ ਵਾਸਤੇ, ਕੋਈ 1500 ਕਿਲੋਮੀਟਰ ਹੈ। ਤੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ, ਕਿਸ ਤਰ੍ਹਾਂ ਮੈਨੇਜ ਹੋਣਾ ਚਾਹੀਦਾ ਹੈ ਸਾਰਾ? ਦੇਖੋ ਜੀ, ਜਦੋਂ ਲੜਾਈ ਦੀ ਆਪਣੀ ਲੜਾਈ ਦੀ ਹਾਲਾਤ ਹੈਗੀ ਹੈ, ਸਭ ਤੋਂ ਪਹਿਲਾਂ ਜਦੋਂ ਇਹ ਇੱਕ ਨਾਰਮਲ ਹੈਗਾ ਵੇ ਕਿ ਜਿਹੜੀ 에ਅਰ ਸਪੇਸ ਹੈਗੀ ਹੈ ਉਹ ਰਿਸਟ੍ਰਿਕਟਡ ਹੋ ਜਾਂਦੀ ਹੈ। ਇਹ ਜਦੋਂ 에ਅਰ ਸਪੇਸ ਹੀ ਰਿਸਟ੍ਰਿਕਟਡ ਹੋ ਗਈ, ਕਿਉਂਕਿ ਤੁਹਾਨੂੰ ਪਤਾ ਨਹੀਂ ਉਸ 에ਅਰ ਸਪੇਸ ਦੇ ਵਿੱਚ ਮਿਜ਼ਾਈਲਾਂ ਚੱਲਣੀਆਂ ਨੇ ਜਾਂ ਕਿਸੇ ਦੇ ਦੁਸ਼ਮਣ ਦੇ ਫਾਈਟਰ ਕਰਾਫਟ ਮੂਵ ਕਰਨੇ ਨੇ, ਇਹ ਉਹਦੇ ਵਿੱਚ ਸਾਡੇ 에ਅਰਕ੍ਰਾਫਟਸ ਨਹੀਂ ਜਾ ਸਕਦੇ। ਇਹ ਅਗਰ ਉਹ ਮਤਲਬ ਬਿਲਕੁਲ ਇਹ ਸਾਡੇ ਵਾਸਤੇ ਵੀ ਸੋਚ ਵਿੱਚ ਤੋਂ ਬਾਹਰ ਹੈਗਾ ਕਿ ਸਾਡੇ ਜਹਾਜ਼ ਉਸ 에ਅਰ ਸਪੇਸ ਵਿੱਚ ਜਿਹੜੀ ਵਾਰ ਲਾਈਕ ਜਿਹੜੀ 에ਅਰ ਸਪੇਸ ਹੈ ਉਹਦੇ ਵਿੱਚ ਅਸੀਂ ਜਾਈਏ। ਇਟ ਇਜ਼ ਅਨਸੇਫ, ਇਟ ਇਜ਼ ਨਾਟ ਪ੍ਰੋਪਰ ਆਲਸੋ। ਹੁਣ ਜਿਹੜੇ ਸਾਡੇ ਬੱਚੇ ਉੱਥੇ ਜਿਹੜੇ ਹੁਣ ਤੁਸੀਂ ਕਹਿ ਰਹੇ ਹੈਗੇ ਹੋ, ਉੱਥੇ ਹੁਣ ਨੈਚੁਰਲੀ ਇਹ ਫਸ ਗਏ ਨੇ। ਲੇਕਿਨ ਮੈਂ ਇੱਥੇ ਆਖਾਂਗਾ, ਚਲੋ ਅੱਜ ਦੀ ਤਰੀਕ ਕਹਿਣਾ ਤਾਂ ਨਹੀਂ ਚਾਹੀਦਾ, ਲੇਕਿਨ ਮੈਂ ਆਖਾਂਗਾ ਕਿ ਇਹਦੇ 'ਚ ਕਾਫੀ ਹੱਦ ਤੱਕ ਸਾਡੇ ਖੁਦ ਮਾਂ ਪਿਓ ਔਰ ਬੱਚਿਆਂ ਦੀ ਗਲਤੀ ਹੈਗੀ ਹੈ। ਇਹ 2014 ਤੋਂ ਹੀ ਹਾਲਾਤ ਇਹੋ ਜਿਹੇ ਡਿਵੈਲਪ ਹੋ ਰਹੇ ਹੈਗੇ ਸੀ ਕਿ ਜਿਹਦੇ ਵਿੱਚ ਰਸ਼ੀਆ ਵਾਸ ਪ੍ਰੈਸ਼ਰਾਈਜ਼ਿੰਗ ਯੂਕਰੇਨ ਏਰੀਆ, ਔਰ ਕ੍ਰੀਮੀਆ ਜਦੋਂ ਅਟੈਕ ਹੋ ਚੁੱਕਿਆ ਹੈਗਾ ਸੀ। ਮਤਲਬ ਇਸ ਜਗ੍ਹਾ ਦੇ ਵਿੱਚ ਇਹ ਹਾਲਾਤ ਪੜ੍ਹਾਈ ਵਾਲੇ ਤੇ ਠੀਕ, ਮਤਲਬ ਮੇਰੇ ਹਿਸਾਬ ਨਾਲ ਇੱਕ ਬੱਚਿਆਂ ਨੂੰ ਉੱਥੇ ਉਸ ਏਰੀਆ 'ਚ ਭੇਜਣਾ ਇਹ ਕੋਈ ਠੀਕ ਨਹੀਂ। ਲੇਕਿਨ ਚਲੋ ਅੱਜ ਦੀ ਤਰੀਕ 'ਚ ਮੈਂ ਇਹ ਨਹੀਂ ਕਹਾਂਗਾ, ਜਿੰਨੇ ਹੁਣ 18 ਕਹਿੰਦੇ ਨੇ 18 ਤੋਂ 20,000 ਬੱਚੇ ਉੱਥੇ ਤੁਹਾਡੇ ਮੈਡੀਕਲ ਕਾਲਜਸ ਦੇ ਵਿੱਚ ਹੈਗੇ ਨੇ, ਯੂਨੀਵਰਸਿਟੀਜ਼ ਵਿੱਚ ਪੜ੍ਹ ਰਹੇ ਹੈਗੇ ਨੇ। ਕਿਸ ਸੋਚ ਨਾਲ ਮਾਂ ਪਿਓ ਉੱਧਰ ਚਲੇ ਗਏ, ਕਿਸ ਪ੍ਰਕਾਰ ਏਜੰਟ ਇੱਦਾਂ ਦੇ ਹੈਗੇ ਨੇ, ਪਤਾ ਨਹੀਂ। ਖਾਸ ਕਰਕੇ ਪੰਜਾਬ ਦੇ ਵਿੱਚ ਤਾਂ ਜ਼ਿਆਦਾ ਹੀ ਇਫੈਕਟਡ ਹੈਗੇ ਨੇ, ਉਹ ਕਿੱਦਾਂ ਉੱਧਰ ਨੂੰ ਚਲੇ ਗਏ। ਇਹ ਮੈਨੂੰ ਵੀ ਅਜੂਬੇ, ਮਤਲਬ ਸਿਟਿੰਗ ਹੇਅਰ ਮੈਨੂੰ ਹੁਣ ਪਹਿਲੀ ਵਾਰ ਪਤਾ ਲੱਗਿਆ ਹੈਗਾ ਕਿ 18,000 ਤੋਂ ਜ਼ਿਆਦਾ ਸਟੂਡੈਂਟ ਉੱਥੇ ਬੈਠਾ ਹੋਇਆ ਹੈ। ਐਂਡ ਅੱਛਾ, ਫਿਰ ਅਗਰ ਤੁਸੀਂ ਟੀਵੀਜ਼ ਦੇਖੋ, ਪਿਛਲੇ ਮਹੀਨੇ ਤੋਂ 1 ਮਹੀਨੇ 2 ਮਹੀਨੇ ਤੋਂ ਉਹ ਬੱਚਿਆਂ ਨੂੰ ਗਵਰਨਮੈਂਟ ਵੱਲੋਂ ਵੀ ਐਡਵਾਈਜ਼ਰੀ ਹੈਗੀ ਸੀ ਤੁਸੀਂ ਨਿਕਲੋ ਉੱਧਰੋਂ। ਲੇਕਿਨ ਪਤਾ ਨਹੀਂ ਕੀ ਗੱਲ ਹੈਗੀ ਕਿ ਇਹ ਕੰਪਲੇਸੈਂਸੀ ਹੈਗੀ ਕਿ ਮੈਂ ਕੁਝ ਸਟੂਡੈਂਟਸ ਦੇ ਮਾਤਾ ਪਿਤਾ ਦੀ ਇੰਟਰਵਿਊ ਕੀਤੀ ਹੈ ਕਾਫੀ ਦੇਰ ਤੋਂ ਹੀ ਪ੍ਰੋਸੈਸ ਦੇ ਵਿੱਚ। ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਫਾਈਨਲ ਈਅਰ ਦੇ ਸਟੂਡੈਂਟ ਹੈ 6-6 ਸਾਲ ਜਿਨ੍ਹਾਂ ਨੇ ਸਟੱਡੀ ਦੇ ਵਿੱਚ ਲਾਇਆ, MBBS ਕਰ ਰਹੇ ਨੇ, ਉਹ ਲਾਸਟ ਵਾਲੇ 2-3 ਮਹੀਨੇ ਪਹਿਲਾਂ ਉਹਨਾਂ ਨੇ ਆਉਣ ਦੀ ਕੋਸ਼ਿਸ਼ ਕੀਤੀ ਸੀ, ਪਰ ਉਹਨਾਂ ਦੀ ਜਿਹੜੀ ਡੀਨ ਹੈ ਉਹ ਰਸ਼ੀਅਨ ਹੈ, ਰੂਸ ਦੀ ਹੈ। ਤੇ ਉਹ ਕਹਿੰਦੇ ਵੀ ਉਹਨਾਂ ਨੇ ਆਣ ਹੀ ਨਹੀਂ ਦਿੱਤਾ ਉਹਨਾਂ ਨੂੰ। ਉਹ ਕਹਿੰਦੇ ਵੀ ਉਹਨਾਂ ਨੇ ਜ਼ਬਰਦਸਤੀ ਉਹਨਾਂ ਨੂੰ ਉੱਥੇ ਰੋਕ ਲਿਆ। ਜੇ ਇਹ ਵਾਰਨਿੰਗ ਦਿੱਤੀ, ਜੇ ਤੁਸੀਂ ਜਾਓਗੇ ਤਾਂ ਤੁਹਾਡੇ ਡਿਗਰੀ ਮਿਲਣੀ ਜਾਂ ਨਹੀਂ ਮਿਲਣੀ ਇਹ ਰੱਬ ਆਸਰੇ ਆ। ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਡਿਕਟੇਟਰਸ਼ਿਪ ਹੋ ਗਈ? ਚਲੋ ਨਹੀਂ, ਦੇਖੋ ਹੁਣ ਦੇਖੋ ਯੂਕਰੇਨ ਦੇ ਵਿੱਚ ਜੋ ਵੀ ਹਾਲਾਤ ਹੈਗੇ ਸੀ, ਹੁਣ ਚਲੋ ਮੰਨ ਲਓ ਜੋ ਵੀ, ਭਾਵੇਂ ਬੱਚੇ ਮਾਂ ਪਿਓ ਦੀ ਗਲਤੀ, ਭਾਵੇਂ ਬੱਚਿਆਂ ਦੀ ਗਲਤੀ, ਭਾਵੇਂ ਉਹਨਾਂ ਨੂੰ ਮਿਸਗਾਈਡ ਹੋ ਗਿਆ, ਜੋ ਵੀ, ਲੈਟ ਅਸ ਫੋਰਗੇਟ ਦੈਟ।
ਹੁਣ ਸਿਚੁਏਸ਼ਨ ਹੈਗੀ ਹੈ, ਲੜਾਈ ਚੱਲ ਰਹੀ ਹੈਗੀ ਹੈ, ਬੱਚੇ ਉੱਥੇ ਆਲਰੇਡੀ ਫਸੇ ਹੋਏ ਨੇ। ਹੁਣ ਕੱਢਣ ਦਾ ਤਰੀਕਾ ਅਗਰ ਦੇਖਿਆ ਜਾਏ, ਪਿਛਲੇ ਮੈਂ 3 ਦਿਨਾਂ ਦਾ ਇਹਨੂੰ ਮੋਨੀਟਰ ਦੇਖ ਰਿਹਾ ਹੈਗਾ ਵਾਂ। ਵੈਰੀ ਗੁੱਡ ਸਿਸਟਮ ਇਹਨਾਂ ਨੇ ਗਵਰਨਮੈਂਟ ਆਫ ਭਾਰਤ ਸਰਕਾਰ ਨੇ ਸ਼ੁਰੂ ਕੀਤੇ ਨੇ। ਉਹਨਾਂ ਨੇ ਹਰ ਪਾਸੇ ਆਪਣੇ ਐਮਬੈਸੀ ਦੀਆਂ ਯੂਨਿਟਾਂ ਲਾਤੀਆਂ ਹੈਗੀਆਂ ਨੇ ਕਿ ਤੁਸੀਂ ਬਾਰਡਰਾਂ 'ਤੇ ਪਹਿਲੋਂ ਸਭ ਤੋਂ ਵੱਡੀ ਪ੍ਰੋਬਲਮ ਹੁੰਦੀ ਹੈ ਕਿ ਇੱਕ ਦੇਸ਼ ਤੋਂ ਦੂਜੀ ਜਗ੍ਹਾ ਹਾਊ ਯੂ ਕ੍ਰਾਸ। तो उन्होंने सहूलियत वास्ते सारे पासे एक ही कहते हैं लगा पॉइंट्स लगा देते हैं ने। और लेकिन प्रॉब्लम हैगी है भावें वट एवर इज ਜਿਹੜੇ ਆਲਰੇਡੀ ਹੁਣ ਟਨਲਸ ਦੇ ਵਿੱਚ ਜਾਂ ਜਦੋਂ ਫਾਇਰਿੰਗ ਹੋ ਰਹੀ ਹੈ ਉਸ ਹਾਲਾਤ ਦੇ ਵਿੱਚ ਬੱਚਾ ਨਿਕਲੇ ਕਿੱਦਾਂ। ਉਹ ਹੁਣ ਬੱਚੇ ਨਿਕਲਣ ਵਾਸਤੇ ਮੈਂ ਤੇ ਇੱਕ ਤੁਹਾਡੇ ਚੈਨਲ ਦੇ ਥਰੂ ਵੀ ਇਹ ਕਹਿ ਸਕਣਾ ਹੈਗਾ ਵਾਂ ਕਿ ਦੇ ਸ਼ੁੱਡ ਨਾਟ ਟੇਕ ਰਿਸਕ, ਕਿਉਂਕਿ ਜਾਨ ਜ਼ਿਆਦਾ ਪਿਆਰੀ ਹੈਗੀ ਹੈ। ਅਗਰ ਬੰਕਰਸ ਦੇ ਵਿੱਚ ਜਾਂ ਟਿਊਬਸ ਦੇ ਵਿੱਚ, ਰੇਲਵੇ ਟਿਊਬਸ ਦੇ ਵਿੱਚ ਜਾਂ ਪਲੈਟਫਾਰਮ ਵਿੱਚ ਜਿਹੜੀ ਹੈ ਅੰਡਰਗਰਾਊਂਡ ਸਿਸਟਮਸ ਨੇ ਉਹਦੇ ਵਿੱਚ ਅਗਰ ਸੇਫ ਬੈਠੇ ਨੇ, ਥੋੜ੍ਹੇ ਦਿਨ ਔਖੇ ਅਗਰ ਹੋਣਾ ਪੈ ਰਿਹਾ ਹੈਗਾ ਵੇ, ਇਟ ਇਜ਼ ਬੈਟਰ ਅੰਟਿਲ ਅਨਲੈਸ ਕੋਈ ਆਰਗੇਨਾਈਜ਼ ਤਰੀਕੇ ਨਾਲ ਯੂਕਰਾਈਨ ਦੇ ਸਿਵਲ ਜਿਹੜੇ ਏਡਸ ਵਾਲੇ ਹੁੰਦੇ ਨੇ, ਸਿਵਲ ਗਾਰਡਸ ਹੁੰਦੇ ਨੇ, ਸਿਵਲ ਸਿਸਟਮ ਉਹਨਾਂ ਦੇ ਵਿੱਚ ਐਸੀ ਗੱਲ ਨਹੀਂ ਕਿ ਲੜਾਈ ਦੇ ਵਿੱਚ ਉਹਨਾਂ ਦੇ ਸਿਵਲ ਸਿਸਟਮਸ ਨਹੀਂ ਚਲਾ ਰਹੇ ਹੋਣਗੇ, ਕੁਛ ਨਾ ਕੁਛ ਹੈਲਪ ਆਊਟ ਕਰ ਰਹੇ ਹੋਣਗੇ। ਔਰ ਉਸ ਮਕੈਨਿਜ਼ਮ ਦੇ ਵਿੱਚ ਉਹ ਬੱਚਿਆਂ ਨੂੰ ਹੌਲੀ ਹੌਲੀ ਜਿਵੇਂ ਨਿਕਲਣ। ਹੁਣ 600-800 ਆਲਰੇਡੀ ਸਟੂਡ ਫਲਾਈਟਸ ਆ ਚੁੱਕੀਆਂ ਨੇ, 3-4 ਫਲਾਈਟਾਂ ਆ ਚੁੱਕੀਆਂ ਹੈਗੀਆਂ ਨੇ। ਅਗਰ ਫਲਾਈਟਾਂ 'ਚ ਨਹੀਂ ਆ ਸਕਦੇ, ਐਟਲੀਸਟ ਜਿਹੜੇ ਨੇਬਰਿੰਗ ਨੇਸ਼ਨਸ ਹੈਗੇ ਨੇ, ਪੋਲੈਂਡ, ਹੰਗਰੀ ਵਗੈਰਾ, ਉਸ ਪਾਸੇ ਸਾਰੇ ਲੋਕੀ ਜਾ ਸਕਦੇ ਨੇ। ਦੇयर ਇਜ਼ ਨੋ ਪ੍ਰੋਬਲਮ। ਐਂਡ ਉਹ ਖੁਦ ਉਹਨਾਂ ਦੀਆਂ ਸਟੇਟਾਂ ਦੀਆਂ ਆਪਣੇ ਨਿਊਜ਼ ਆ ਰਹੀਆਂ ਹੈਗੀਆਂ ਨੇ, ਦੇ ਵਿਲ ਹੈਲਪ ਆਊਟ। ਉੱਥੋਂ ਹੁਣ ਉਹ ਜਗ੍ਹਾ ਤੋਂ ਇੱਥੋਂ ਤੱਕ ਹੁਣ ਟਰੈਵਲ ਕਰ ਰਿਹਾ। ਤੁਹਾਡੀ ਗੱਲ ਕਿ ਮੈਂ ਕੱਟ ਰਿਹਾ, ਸੌਰੀ ਸਰ, ਕਿਤੇ ਨਾ ਕਿਤੇ ਤੁਹਾਡੀ ਗੱਲ ਸਹੀ ਸਾਬਤ ਹੋ ਰਹੀ ਹੈ, ਕਿਉਂਕਿ ਉੱਥੋਂ ਦੇ ਜਿਹੜੇ ਅਸੀਂ ਫੋਨ ਤੇ ਗੱਲ ਕੀਤੀ ਸੀ, ਉਹ ਕਹਿੰਦੇ ਵੀ ਜਿਹੜੇ ਫੌਜ ਆਰਮੀ ਵਾਲੇ ਨੇ ਉਹ ਸਿਵਿਲੀਅਨਸ ਨੂੰ ਕੁਝ ਨਹੀਂ ਕਹਿੰਦੀ ਵੀ, ਉਹਨਾਂ ਨਾਲ ਬੜੇ ਵਧੀਆ ਤਰੀਕੇ ਨਾਲ ਰਹਿ ਰਹੀ ਹੈ। ਵੀ ਜਿਹੜੇ ਦੂਸਰੇ ਨੇ ਜਿਹੜੇ ਉਹਨਾਂ ਤੇ ਹਮਲਾ ਕਰਦੇ, ਉਹਨਾਂ ਤੇ ਜ਼ਰੂਰ ਉਹ ਅਟੈਕ ਕਰਦੇ। ਇਹ ਪ੍ਰੋਫੈਸ਼ਨ ਦੋਨੋਂ ਸਾਈਡ ਪ੍ਰੋਫੈਸ਼ਨਲ ਆਰਮੀਜ਼ ਨੇ। ਦੇਖੋ ਯੂਕਰਾਈਨ ਅੱਜ ਦੀ ਤਰੀਕ ਵਿੱਚ ਰਸ਼ੀਆ ਵੀ ਸਾਡਾ ਦੋਸਤ ਹੈਗਾ ਔਰ ਯੂਕਰੇਨ ਵੀ ਸਾਡੇ ਲੋਕੀ ਹੈਗੇ ਨੇ ਉੱਥੇ। ਦੇयर ਇਜ਼ ਨੋ ਸੋ ਫਾਰ ਇੰਟਰਨੈਸ਼ਨਲ ਰਿਲੇਸ਼ਨ ਜਿਹੜਾ ਸਾਡਾ ਹੈਗਾ, ਡਿਪਲੋਮੈਸੀ ਕਹਿ ਲਓ ਜਾਂ ਸਾਡੀ ਰਿਲੇਸ਼ਨਸ਼ਿਪ ਹੈਗੀ ਹੈ, ਰਸ਼ੀਆ ਨਾਲ ਵੀ ਅੱਛੇ ਰਿਲੇਸ਼ਨਸ ਨੇ। ਸੋ ਐਜ਼ ਪ੍ਰੋਫੈਸ਼ਨਲ ਆਰਮੀਜ਼ ਉਹ ਕਦੀ ਵੀ ਸਿਵਲੀਅਨਸ ਨੂੰ ਨੁਕਸਾਨ ਨਹੀਂ ਪਹੁੰਚਾਉਣਗੇ, ਔਰ ਖਾਸ ਕਰਕੇ ਇੰਡੀਅਨਸ ਨੂੰ, ਕਿਉਂਕਿ ਉਹ ਹੋ ਸਕਦਾ ਕਿ ਬਿਟਵੀਨ ਯੂਕਰੇਨ ਐਂਡ ਲੋਕਲ ਪੋਪੂਲੇਸ਼ਨ, ਕਿਉਂਕਿ ਅਗਰ ਬੰਦੂਕ ਦੇ ਸਾਹਮਣੇ ਬੰਦੂਕ ਅਗਰ ਆ ਜਾਂਦੀ ਹੈਗੀ ਹੈ ਤੇ ਫਿਰ ਤੇ ਇੱਕ ਨੇ ਕੋਈ ਨੁਕਸਾਨ ਹੋ ਸਕਦਾ ਵੇ। ਲੇਕਿਨ ਨਿਹੱਥੇ ਜਿਹੜੇ ਸਿਵਲੀਅਨਸ ਬੈਠੇ ਨੇ, ਖਾਸ ਕਰਕੇ ਇੰਡੀਅਨ ਸਟੂਡੈਂਟਸ ਵਗੈਰਾ ਨੇ, ਆਈ ਥਿੰਕ ਬੋਥ ਆਰਮੀਜ਼ ਵਿਲ ਹੈਲਪ। ਇੱਥੋਂ ਤੱਕ ਇਹ ਵੀ ਹੋ ਸਕਦਾ ਕਿ ਅਗਰ ਉਹ ਏਰੀਆ ਰਸ਼ੀਆ ਦੇ ਕਬਜ਼ੇ 'ਚ ਵੀ ਆ ਜਾਂਦਾ ਤਾਂ ਰਸ਼ੀਅਨਸ ਹੀ ਇਹਨਾਂ ਨੂੰ ਬੜੀ ਸੇਫਲੀ ਇਕੱਠਾ ਕਰਕੇ, ਆਫਟਰ ਆਲ ਦੇ ਆਰ ਨਾਟ ਐਨੀਮੀ ਇੰਡੀਅਨਸ ਦੇ, ਉਹਨਾਂ ਨੂੰ ਪ੍ਰੋਪਰ ਉਹਨਾਂ ਨੂੰ, ਮੈਨੂੰ ਜਿਹੜਾ ਇੱਕ ਪ੍ਰੋਫੈਸ਼ਨਲ ਸੋਲਜਰ ਦੇ ਤੌਰ ਨਾਲ ਮੈਨੂੰ ਲੱਗਦਾ ਕਿ ਉਹ ਸੋਲਜਰ ਇਹ ਬੱਚਿਆਂ ਨੂੰ ਵੀ ਸੰਭਾਲ ਕੇ ਇਹਨਾਂ ਨੂੰ ਇੰਡੀਆ ਭੇਜ ਦੇਣਗੇ, ਰਸ਼ੀਆ ਵਾਲੇ ਵੀ ਭੇਜ ਸਕਦੇ ਨੇ। ਸਰ ਜਦੋਂ ਜਹਾਜ਼ ਦੇ ਉੱਤੋਂ ਬੰਬ ਗਿਰੂਗਾ, ਮਿਜ਼ਾਈਲ ਗਿਰੂਗੀ, ਦੱਸ ਕੇ ਥੋੜੀ ਗਿਰੂਗੀ ਵੀ ਕਿਹੜੀ ਥਾਂ ਤੇ ਗਿਰੇ, ਕਿਹੜੀ ਥਾਂ ਤੇ ਬੰਕਰ ਹੈ। ਇਹੀ ਕਾਰਨ ਹੈਗਾ ਮੈਂ ਕਹਿ ਰਿਹਾ ਕਿ ਆਪਣੇ ਆਪ ਨੂੰ ਸੇਵ ਕਰ ਲਓ। ਅੰਡਰਗਰਾਊਂਡ ਲੋਕੇਸ਼ਨ ਦੇ ਵਿੱਚ ਮਿਜ਼ਾਈਲਸ ਔਰ ਜਿਹੜੀਆਂ ਗਨਸ ਦੀਆਂ ਫਾਇਰ ਵਗੈਰਾ ਹੈਗਾ ਵੇ, ਇਹਨਾਂ ਤੋਂ ਬਚੋ। ਰਾਈਟ, ਹੁਣ ਏਰੀਆ ਉਹ ਕਿਹਦੀ ਆਕੂਪੈਂਸੀ ਕੋਲ ਜਾਂਦਾ ਹੋਵੇ, ਭਾਵੇਂ ਯੂਕਰੇਨ ਕੋਲ ਰਹਿ ਜਾਂਦਾ ਹੋਵੇ ਤੇ ਭਾਵੇਂ ਰਸ਼ੀਅਨਸ ਆਪਣੇ ਫੋਰਸਿਸ ਆਪਣੇ ਕੋਲ ਰੱਖ ਲੈਂਦੇ ਨੇ। ਉਹ ਦੋਨੋਂ ਕੰਟਰੀਜ਼ ਇਹ ਜਿਹੜੀ ਸਿਵਲ ਪੋਪੂਲੇਸ਼ਨ ਹੈਗੀ ਹੈ ਹੈਗੇ, ਇਹਨਾਂ ਨੂੰ ਤੁਸੀਂ ਦੇਖਿਆ ਜੇ ਤੁਸੀਂ ਆਉਣ ਵਾਲੀ ਨਿਊਜ਼ ਵਿੱਚ ਹੋ ਸਕਦਾ ਹੈਗਾ ਕਿ ਕੁਝ ਬੱਚੇ ਜਿਹੜੇ ਨੇ, ਕੁਝ ਲੋਕੀ ਹੈਗੇ ਨੇ ਰਸ਼ੀਆ ਦੇ ਰਾਹੀਂ ਸਾਡੇ ਕੋਲ ਇੰਡੀਆ 'ਚ ਵਾਪਸ ਆਉਣਗੇ। so far India is concerned, it is safe. only thing is ਕਿ ਇੰਡੀਆ ਨੂੰ ਆਪਣੇ ਆਪ ਨੂੰ ਸੇਫ ਰੱਖਣਾ ਪਏਗਾ ਲੜਾਈ ਹਾਲਾਤ ਵਿੱਚ। ਸਰ ਹਥਿਆਰਾਂ ਦੀ ਗੱਲ ਕੀਤੀ ਜਾਵੇ ਤਾਂ ਕਿਹੜੇ ਹਥਿਆਰ ਯੂਜ਼ ਹੋ ਸਕਦੇ ਹੈ ਇਸ ਵਾਰ ਦੇ ਵਿੱਚ? ਦੇਖੋ ਜੀ ਸਾਰੇ ਹਥਿਆਰ ਯੂਜ਼ ਹੋ ਹੀ ਗਏ ਨੇ 21ਵੀਂ ਸਦੀ। ਮੈਂ ਦੇਖ ਰਿਹਾ ਹੈਗਾ ਕਿ ਜਿੰਨੇ ਕਿ ਸਾਨੂੰ ਹਥਿਆਰਾਂ ਦੀ ਮੈਨੂੰ ਨੌਲੇਜ ਹੈਗੀ ਹੈ, ਸਮਾਲ ਆਰਮਸ ਤੋਂ ਲੈ ਕੇ ਮਸ਼ੀਨ ਗਨਸ ਤੋਂ ਲੈ ਕੇ ਆਰਮਰਡ ਪਰਸਨਲ ਕੈਰੀਅਰਸ, ਯੋਰ ਟੈਂਕਸ, guns, medium guns, then field guns and missiles, aircrafts, ਹੈਲੀਕਾਪਟਰ, ਅਟੈਕ ਹੈਲੀਕਾਪਟਰ ਸਾਰੇ ਯੂਜ਼ ਹੋ ਚੁੱਕੇ ਨੇ, ਸਾਰੇ ਦਿਖਦੇ ਹੈਗੇ ਨੇ। ਹੁਣ ਜਿਸ ਤਰੀਕੇ ਨਾਲ ਪ੍ਰੈਸ ਵਾਲੇ ਨੇ ਇੱਥੇ ਕੱਢਿਆ ਹੈਗਾ ਵੇ, ਹਰ ਟਾਈਪ ਦਾ ਹਥਿਆਰ ਯੂਜ਼ ਹੋ ਚੁੱਕਿਆ ਵੇ। ਐਂਡ ਲੌਂਗ ਡਿਸਟੈਂਸ ਦੇ ਹਥਿਆਰ ਵੀ ਆਲਰੇਡੀ ਹੋ ਗਏ ਨੇ, ਇਸਤੇਮਾਲ ਹੋ ਗਏ ਨੇ। ਸਿਰਫ ਇੱਕ ਚੀਜ਼ ਦਾ ਜਿਹੜਾ ਇਸਤੇਮਾਲ, ਜਿਹਦਾ ਮੈਨੂੰ ਵੀ ਡਰ ਹੈਗਾ ਕਿ ਨਹੀਂ ਯੂਜ਼ ਹੋਣਾ ਚਾਹੀਦਾ, ਉਹ ਹੈਗਾ ਵੇ ਨਿਊਕਲੀਅਰ ਸਿਸਟਮ ਨਹੀਂ ਯੂਜ਼ ਹੋਇਆ। ਔਰ ਐਜ਼ ਏ ਅਗਰ ਪਾਸਟ ਤੋਂ ਦੇਖਿਆ ਜਾਵੇ, ਪਾਸਟ ਨੌਲੇਜ ਤੋਂ ਦੇਖਿਆ ਜਾਵੇ, ਕਿਉਂਕਿ ਹਿਊਮੈਨਿਟੀ ਦਾ ਜਿਹੜਾ ਨੁਕਸਾਨ ਹੁੰਦਾ ਹੈ, ਜਿਵੇਂ ਜਾਪਾਨ 'ਚ ਅਸੀਂ ਦੇਖਿਆ ਕਿੰਨਾ ਨੁਕਸਾਨ ਹੋਇਆ ਹੈਗਾ ਸੀ ਔਰ ਪੂਰੀ ਜਨਰੇਸ਼ਨ ਖਰਾਬ ਹੋ ਗਈ ਸੀ। ਔਰ ਮੇਰੇ ਹਿਸਾਬ ਨਾਲ ਕਿ ਰਸ਼ੀਅਨ ਆਰਮੀ, ਕਿਉਂਕਿ
ਇਹ ਜਿਹੜੇ ਲੋਕੀ ਹੈਗੇ ਨੇ ਯੂਕਰਾਈਨ ਦੇ, ਐਕਚੁਅਲ 'ਚ ਇਹਨਾਂ ਦੇ ਹੀ ਲੋਕੀ ਨੇ। ਥੋੜੀ ਜਿਹੀ ਲੈਂਗੁਏਜ ਪ੍ਰੋਬਲਮ ਹੋ ਸਕਦੀ ਹੈ, ਬਟ ਕਲਚਰਲੀ ਸਿਵਲਾਈਜੇਸ਼ਨ ਪੁਆਇੰਟ ਆਫ ਵਿਊ ਨਾਲ ਇਹ ਸਾਰੀ ਜਿਹੜੀ ਹੈਗੀ ਹੈ ਇਹ ਰਸ਼ੀਅਨ ਸਿਵਲਾਈਜੇਸ਼ਨ ਹੀ ਹੈਗੀ ਹੈ। ਇਹ ਪੂਰਾ ਇਲਾਕਾ ਜਿਹੜਾ ਹੈਗਾ ਵੇ ਇਹ ਸਾਰਾ ਰਸ਼ੀਅਨ ਸਿਵਲਾਈਜੇਸ਼ਨ ਦਾ ਹੀ ਹੈਗਾ, ਤੇ ਕੋਈ ਵੀ ਆਪਣੀ ਸਿਵਲਾਈਜੇਸ਼ਨ ਨੂੰ ਡਿਸਟਰੋਏ ਨਹੀਂ ਕਰੂਗਾ। ਤੇ ਮੈਨੂੰ ਨਹੀਂ ਲੱਗਦਾ, ਲੇਕਿਨ ਜਿਵੇਂ US ਨੇ ਜਾਪਾਨ 'ਚ ਜਾ ਕੇ ਕੀਤਾ, ਸੋ ਇਟ ਵਾਜ਼ ਏ ਟੋਟਲ ਡਿਸਟੈਂਸ ਹੈਗਾ ਸੀ ਇੱਕ ਦੂਜੇ ਤੇ, ਨਿਊਕਲੀਅਰ ਅਟੈਕ ਹੋਇਆ ਸੀ ਕਿੱਥੇ US ਤੇ ਕਿੱਥੇ ਜਾਪਾਨ। ਲੇਕਿਨ ਇੱਥੇ ਆਪਣੇ ਨੇਬਰਸ ਦੇ ਨਾਲ, ਆਪਣੀ ਖੁਦ ਦੇ ਲੋਕਾਂ ਦੇ ਨਾਲ ਨੁਕਸਾਨ ਕਰਨਾ ਇਟ ਵਿਲ ਬੀ ਨਾਟ ਐਡਵਾਈਜ਼ੇਬਲ। ਮੈਂ ਇੱਕ ਇੰਟਰਵਿਊ ਪੋਲੀਟੀਕਲ ਐਕਸਪਰਟ ਦਾ ਕਰਦਾ ਪਿਆ ਸੀ, ਉਹਨਾਂ ਨੇ ਮੈਨੂੰ ਦੱਸਿਆ ਕਿ ਰਸ਼ੀਆ ਕੋਲੋਂ ਅਜਿਹਾ ਇੱਕ ਹਥਿਆਰ ਹੈ, ਵਿਸਫੋਟਕ ਪਦਾਰਥ ਹੈਗਾ ਵੀ ਉਹ ਆਕਸੀਜਨ ਦੇ ਵਿੱਚ ਫੈਲ ਜਾਂਦਾ ਤੇ ਉੱਥੇ ਬਲਾਸਟ ਕਰ ਦਿੰਦਾ। ਅਜਿਹਾ ਕੀ ਕੁਝ ਹੋ ਸਕਦਾ ਜੀ? ਸਰ ਦੇਖੋ, ਇਹਦੀ ਜਿਹੜਾ ਹਾਲੇ ਤੱਕ ਡਿਕਲੇਅਰ ਵੀ ਨਹੀਂ ਕੀਤਾ ਗਿਆ। ਦੇਰ ਆਰ ਸਰਟਨ, ਦੇਖੋ ਦੇਰ ਸੋ ਮੈਨੀ ਨਿਊਕਲੀਅਰ ਦੇ ਵਿੱਚ ਇੱਕ ਫਿਜ਼ਨ ਬੰਬਸ ਹੁੰਦੇ ਨੇ, ਫਿਊਜ਼ਨ ਬੰਬਸ ਹੁੰਦੇ ਨੇ। ਐਦਾਂ ਹੀ ਤੁਸੀਂ ਇਹ ਛੱਡੋ, ਤੁਸੀਂ ਹੌਲੀ ਜਿਹੀ ਤੁਸੀਂ ਆਹ ਦੇਖੋ, ਅਗਰ ਇੰਟਰਨੈਟ ਬੰਦ ਹੋ ਜਾਏ ਉਸ ਇਲਾਕੇ ਦੇ ਵਿੱਚ ਤੇ ਵੈਸੇ ਹੀ ਹਾਹਾਕਾਰ ਮੱਚ ਜਾਊਗੀ। ਅਗਰ ਛੋਟੀ ਜਿਹੀ ਗੱਲ ਹੈਗੀ, ਅਗਰ ਛੋਟਾ ਜਿਹਾ ਅਗਰ ਉਹਨਾਂ ਨੂੰ ਇੱਥੇ ਅਟੈਕ ਕਰਨ ਦੀ ਲੋੜ ਕੀ ਹੈਗੀ, ਉਹ ਉੱਤੇ ਜਿਹੜੀਆਂ ਸੈਟਲਾਈਟਸ ਨੇ ਉਹਨੂੰ ਅਟੈਕ ਕਰ ਦੇਣ, ਥੱਲੇ ਆਪਣੇ ਆਪ ਸ਼ਾਂਤੀ ਹੋ ਜਾਏਗੀ। ਜਦੋਂ ਪਤਾ ਹੀ ਨਹੀਂ ਲੱਗ ਰਿਹਾ ਕਿ ਸਾਹਮਣੇ ਹੋ ਕੀ ਰਿਹਾ ਵੇ। ਦੇਰ ਆਰ ਸੋ ਮੈਨੀ ਥਿੰਗਸ ਟੈਕਨੋਲੋਜੀਕਲੀ ਅੱਜ ਕੱਲ੍ਹ ਇੰਨੀ ਡਿਵੈਲਪਮੈਂਟ ਹੋ ਗਈ ਹੈ, ਰਾਦਰ ਸਾਡੀ ਇਹ ਡਿਵੈਲਪਮੈਂਟ ਇੰਨੀ ਕ੍ਰਿਟੀਕਲ ਹੋ ਗਈ ਹੈ, ਇੰਨੀ ਕ੍ਰੂਸ਼ੀਅਲ ਹੋ ਗਈ ਹੈ ਦੈਟ ਇੱਕਦਮ ਹੀ ਲੜਾਈ ਸ਼ੁਰੂ ਹੋ ਜਾਂਦੀ ਹੈ ਔਰ ਇੱਕਦਮ ਹੀ ਨੁਕਸਾਨ ਹੋ ਜਾਂਦਾ। ਥੋੜ੍ਹੇ ਦਿਨ ਪਹਿਲਾਂ ਦੇਖੋ ਡਰੋਨਸ, ਕਦੀ ਸੋਚਿਆ ਸੀ ਅਸੀਂ ਡਰੋਨਸ ਯੂਜ਼ ਹੋਣਗੇ? ਡਰੋਨਸ ਹੁਣ ਅਜ਼ਰਬੈਜਾਨ ਦੇ ਵਿੱਚ ਤੇ ਇੱਕਦਮ ਹੀ ਉਹਨਾਂ ਨੇ ਹਮਲਾ ਕਰਕੇ ਕਲੀਅਰ ਅਪ ਕਰਤਾ। ਟੈਂਕ ਉੱਥੇ ਦੇ ਉੱਥੇ ਹੀ ਰਹਿ ਗਏ, ਟੈਂਕਸ ਰਹਿ ਗਏ, ਗਨਸ ਰਹਿ ਗਈਆਂ, ਡਰੋਨਸ ਉੱਡ ਕੇ ਉਹਨਾਂ ਨੇ ਅਟੈਕ ਕਰਤਾ। ਹੁਣ ਡਰੋਨਸ ਜਿਹੜੇ ਨੇ ਇੰਟਰਨੈਟ ਕਨੈਕਟਡ ਹੈਗੇ ਨੇ, ਨੈਟ ਕਨੈਕਟਡ ਨੇ। ਹੁਣ ਉਹਨਾਂ ਨੂੰ ਐਸੀ ਗੱਲ ਨਹੀਂ ਕਿ ਡਰੋਨਸ ਨਹੀਂ ਹੈਗੇ, ਹੁਣ ਦੋਨੋਂ ਕੋਲ ਹੈਗੇ ਨੇ। ਲੇਕਿਨ ਦਿਸ ਇਜ਼ ਅ ਵੈਰੀ ਡੇਂਜਰਸ ਇੱਕ ਸਿਚੁਏਸ਼ਨ। ਵੈਪਨਸ ਜਿਹੜਾ ਵੇ ਹਰ ਕੋਈ ਜੋ ਲੜਾਈ ਹੁੰਦੀ ਹੈ ਇਸਤੇਮਾਲ ਕਰਨ ਦੀ ਕੋਸ਼ਿਸ਼ ਕਰਦਾ। ਹਰ ਕਮਾਂਡਰ ਕੋਈ ਨਾ ਕੋਈ ਕੋਸ਼ਿਸ਼, ਜਦੋਂ ਵੀ ਜਿਹਦੇ ਕੋਲ ਹਥਿਆਰ ਹੋਏਗਾ ਉਹਨੇ ਯੂਜ਼ ਕਰਨਾ ਹੈ, ਉਹਨੇ ਆਪਣਾ ਆਬਜੈਕਟਿਵ ਕਰਨਾ ਕਿ ਹਾਂ ਭਈ ਮੈਂ ਪੂਰੀ ਯੂਕਰਾਈਨ ਨੂੰ ਅਗਰ ਕਬਜ਼ਾ ਕਰਨਾ ਤਾਂ ਕਰਨ ਦੀ ਪੂਰੀ ਕੋਸ਼ਿਸ਼ ਕਰੇਗਾ। ਐਦਾਂ ਯੂਕਰਾਈਨ ਅਗਰ ਰੋਕਣ ਦੀ ਕੋਸ਼ਿਸ਼ ਡਿਫੈਂਸ ਦੀ ਕਰੇਗਾ, ਡਿਫੈਂਸ ਨੂੰ ਡਿਫੈਂਸ ਟੇਕ ਓਵਰ ਕਰਨਾ ਚਾਹੁੰਦਾ ਕਿ ਵੀ ਮੈਂ ਆਪਣੇ ਕੰਟਰੀ ਨੂੰ ਡਿਫੈਂਡ ਕਰਨਾ ਹੈਗਾ ਵੇ, ਉਹ ਵੀ ਆਪਣਾ ਇਸਤੇਮਾਲ ਕਰੇਗਾ ਪੂਰੇ ਹਥਿਆਰ ਨੂੰ। ਸੋ ਦੇਰ ਇਜ਼ ਗੋਇੰਗ ਟੂ ਬੀ ਏ ਕ੍ਰਿਟੀਕਲ ਸਿਚੁਏਸ਼ਨ ਹੈਗੀ ਹੈ। ਲੇਕਿਨ ਇੰਟਰਨੈਸ਼ਨਲ ਫੋਰਸਿਸ ਜਿਹੜੀਆਂ ਨੇ ਉਹ ਪ੍ਰੈਸ਼ਰ ਪਾ ਰਹੀਆਂ ਹੈਗੀਆਂ ਨੇ। ਖਾਸ ਕਰਕੇ ਹਿੰਦੁਸਤਾਨ ਵੀ ਹੁਣ ਕਹਿ ਰਿਹਾ ਹੈਗਾ ਵੇ ਕਿ ਪਲੀਜ਼ ਕੂਲ ਡਾਊਨ, ਆਪਣੀ ਥਾਂ ਦੇ ਵਿੱਚ ਸ਼ਾਂਤੀ ਨਾਲ ਰਹੋ। ਅਤੇ ਇਹ ਆਉਣ ਵਾਲੇ ਹਾਲਾਤ ਦੇ ਵਿੱਚ ਹੁਣ ਦੱਸਦੀਆਂ ਹੈਗੀਆਂ ਨੇ ਕਿ ਕੌਣ ਕਿੱਦਾਂ ਅੱਗੇ ਬਿਹੇਵ ਕਰਦਾ ਹੈ। ਨੈਟੋ ਫੋਰਸਿਸ ਜਿਹੜੀਆਂ ਹੈਗੀਆਂ ਨੇ ਉਹ ਖਾਸ ਕਰਕੇ US, ਅਗਰ ਤੁਸੀਂ ਦੇਖੋ US ਇਜ਼ ਵੈਰੀ ਰਾਦਰ, ਇਹਨੂੰ ਲੱਗਦਾ ਹੈਗਾ ਵੇ, ਯੂਕਰਾਈਨ ਵਾਲਿਆਂ ਨੂੰ ਲੱਗ ਰਿਹਾ ਹੈਗਾ ਵੇ ਕਿ ਇਹਦਾ ਪੂਰੇ ਦੇਸ਼ਾਂ ਨੇ ਤਾਂ ਸਾਥ ਹੀ ਨਹੀਂ ਦਿੱਤਾ ਇਹਨੂੰ। ਦੇ ਹੈਵ ਨਾਟ ਗਿਵਨ ਐਨੀ ਸਪੋਰਟ। ਅਤੇ ਕੁਛ ਦੇਸ਼ਸ ਨੇ ਸਮਾਲ ਆਰਮਸ ਦੇ ਰਹੇ ਹੈਗੇ ਨੇ, ਲੇਕਿਨ ਜਿਹੜਾ ਜਿਸ ਤਰੀਕੇ ਦੇ ਜਿਸ ਸ਼ੈ ਦੇ ਉੱਤੇ ਉਹ ਡਟਿਆ ਹੋਇਆ ਸੀ USSR ਦੇ ਅਗੇਂਸਟ, ਉਹ ਨਹੀਂ ਦਿਖਾਈ ਦੇ ਰਿਹਾ। ਹੋਰ ਤੁਹਾਡੇ ਐਕਸਪੀਰੀਅੰਸ ਦੇ ਮੁਤਾਬਕ ਹੋਰ ਕਿੰਨੀ ਦੇਰ ਵਾਰ ਚੱਲੂਗੀ? ਕਦੋਂ ਖਤਮ ਹੋਊਗਾ ਇਹ ਸਭ ਕੁਝ? ਇਟਸ $1 ਮਿਲੀਅਨ ਕੁਐਸਚਨ। ਇਹ ਸਵਾਲ ਨਹੀਂ, ਇਹਦਾ ਸਵਾਲ ਦਾ ਜਵਾਬ ਨਹੀਂ ਦਿੱਤਾ ਜਾ ਸਕਦਾ। ਇਹ ਤੇ ਗਲਤੀਆਂ ਦੇ ਉੱਤੇ ਗਲਤੀਆਂ ਜਿੰਨਾ ਕਰੀ ਜਾਣਗੇ ਉਨੀ ਲੜਾਈ ਚੱਲਦੀ ਰਹੇਗੀ। ਇਹਦਾ ਸੋਲਿਊਸ਼ਨ ਹੈਗਾ ਵੇ, ਇਹ ਤੇ ਹਿਊਮਨ ਮਾਈਂਡ ਹੈਗਾ ਵੇ, ਇੱਕ ਹਿਊਮਨ ਸੋਚ ਹੈਗੀ ਹੈ ਕਿ ਦੋਨੋਂ ਸੋਚਣ, ਫੋਰਸਸ ਨੂੰ, ਹਿਊਮੈਨਿਟੀ ਨੂੰ ਸੋਚਣਾ ਪਏਗਾ ਕਿ ਇਜ਼ ਇਟ ਅ ਸੋਲਿਊਸ਼ਨ? ਇਹ ਸੋਲਿਊਸ਼ਨ ਨਹੀਂ ਹੈਗਾ। ਇਹ ਤੇ ਇੱਕ ਐਨੀਮਲ ਇੰਸਟਿੰਕਟ ਹੈ, ਇੱਕ ਜਾਨਵਰ ਰੂਪੀ ਇੰਸਟਿੰਕਟ ਹੈਗੀ ਹੈ, ਇੱਕ ਜਿਹਨੂੰ ਕਹਿੰਦੇ ਨੇ ਇੱਕ ਇਹ ਸਾਰਾ ਆਪ ਸਰਵਾਈਬਿਲਿਟੀ ਦਾ ਇੱਕ ਡਾਰਵਿਨ ਦੀ ਥਿਊਰੀ ਹੈਗੀ ਹੈ, ਸਰਵਾਈਵਲ ਆਫ ਦਾ ਫਿਟੈਸਟ। ਉਹ ਸਰਵਾਈਵਲ ਆਫ ਦਾ ਫਿਟੈਸਟ ਦੇ ਵਿੱਚ ਇਹ ਹੁਣ ਇਹਨਾਂ ਨੇ ਆਪਣੇ ਲੜਾਈ ਝਗੜੇ ਖਤਮ ਕਰਨਗੇ। ਕਦੀ ਨਾ ਕਦੀ ਆਖਣਗੇ ਯਾਰ ਇਹ ਤੋਂ ਜ਼ਿਆਦਾ ਹੁਣ ਕੀ ਤਬਾਹੀ ਹੋ ਸਕਦੀ ਹੈ। ਕਾਮਨਾ ਤਾਂ ਇਹੀ ਕਰਦੇ ਵੀ ਜਲਦੀ ਖਤਮ ਹੋ ਜਾਵੇ। ਐਕਚੁਅਲੀ ਵੀ ਆਰ ਪ੍ਰੇਇੰਗ, ਸਾਨੂੰ ਕਿਹੜਾ ਚੰਗਾ ਲੱਗ ਰਿਹਾ ਇਹ ਤੇ। ਵਾਰ ਇਜ਼ ਨਾਟ ਅ ਸੋਲਿਊਸ਼ਨ, ਵਾਰ ਇਜ਼ ਨੈਵਰ ਅ ਸੋਲਿਊਸ਼ਨ, ਵਾਰ ਹੈਜ਼ ਟੂ ਐਂਡ। ਅਗਰ ਹਿਊਮੈਨਿਟੀ ਨੇ ਸਰਵਾਈਵ ਕਰਨਾ ਹੈ, ਅਗਰ ਐਵੋਲਿਊਸ਼ਨ ਆਪਣੀ ਸਰਵਾਈਵਲ ਵਾਸਤੇ ਸਾਨੂੰ ਇਹ ਲੜਾਈ ਰੋਕਣੀ ਪਏਗੀ। ਬਹੁਤ ਬਹੁਤ ਧੰਨਵਾਦ ਸਰ। ਥੈਂਕ ਯੂ ਵੈਰੀ ਮਚ। ਓਕੇ। ਸੋ ਕਰਨਲ GPS ਵਿਰਕ ਜਿਨ੍ਹਾਂ ਵੱਲੋਂ ਇਹ ਦੱਸਿਆ ਗਿਆ ਕਿ ਆਖਿਰ ਕਾਰਨ ਕੀ ਰਹੇ ਨੇ ਇਹ ਪੂਰੀ ਵਾਰ ਦੇ, ਕਿਹੜੇ ਹਥਿਆਰ ਜਿਹੜੇ ਨੇ ਉਹ ਯੂਜ਼ ਹੋਣਗੇ, ਯਾਨੀ ਕਿ ਜ਼ਿਆਦਾਤਰ ਹਥਿਆਰ ਜਿਹੜੇ ਨੇ ਉਹ ਯੂਜ਼ ਹੋ ਚੁੱਕੇ ਨੇ, ਸਿਰਫ ਇੱਕੋ ਹਥਿਆਰ ਰਹਿ ਗਿਆ ਉਹ ਨਿਊਕਲੀਅਰ।
ਪਰ ਉਹ ਯੂਜ਼ ਨਹੀਂ ਕਰਨਗੇ, ਕਿਉਂਕਿ ਜ਼ਿਆਦਾਤਰ ਰੂਸ ਦੇ ਹੀ ਲੋਕ ਨੇ ਜਿਹੜੇ ਯੂਕਰੇਨ ਦੇ ਵਿੱਚ ਰਹਿੰਦੇ ਨੇ, ਪਰ ਉਹ ਨਹੀਂ ਚਾਹਣਗੇ ਕਿ ਉਹਨਾਂ ਦੀ ਕੰਟਰੀ ਦੇ, ਉਹਨਾਂ ਦੇ ਦੇਸ਼ ਦੇ ਲੋਕਾਂ ਨੂੰ ਕੋਈ ਨੁਕਸਾਨ ਹੋਵੇ। ਸੋ ਜਿਸ ਤਰੀਕੇ ਦੇ ਨਾਲ ਸਮਾਂ ਬੀਤਦਾ ਜਾ ਰਿਹਾ, ਕਾਫੀ ਨੁਕਸਾਨ ਯੂਕਰੇਨ ਦੇ ਵਿੱਚ ਦੇਖਣ ਨੂੰ ਮਿਲਦਾ ਪਿਆ। ਹਾਲਾਂਕਿ ਕਿਆਸ ਰਾਈਆਂ ਇਹ ਵੀ ਲਗਾਈਆਂ ਜਾ ਰਹੀਆਂ ਨੇ ਕਿ ਹੋਰ ਜਲਦ ਹੀ ਇਹ ਜਿਹੜਾ ਵਾਰ ਹੈ ਇਹ ਖਤਮ ਹੋਣ ਵਾਲੀ ਹੈ। ਹੁਣ ਦੇਖਣਾ ਇਹ ਹੋਊਗਾ ਕਿ ਕਦੋਂ ਇਹ ਜੰਗ ਜਿਹੜੀ ਹੈ ਖਤਮ ਹੁੰਦੀ ਹੈ। ਕੈਮਰਾਮੈਨ ਜੈਵਰਧਨ ਦੇ ਨਾਲ ਪ੍ਰਹਲਾਦ ਸੰਗੇਲੀਆ, ਦਾ ਸਟੋਰੀ ਟੀਵੀ, ਮੋਹਾਲੀ।